100 ਤਰ੍ਹਾਂ ਦੇ ਬਾਬੇ ਸੁਜੈਸਟ ਕਰ ਦਿੰਦੀ ਹੈ ਦੁਨੀਆ। ਅੱਛਾ ਉੱਥੇ ਜਾਇਆ, ਉੱਥੇ ਜਾ ਕੇ ਮੱਥਾ ਟੇਕਿਆ, ਉੱਥੇ ਜਾ ਕੇ ਆਹ ਕਰਿਆ, ਮਤਲਬ ਜਿਵੇਂ ਬਾਬੇ ਮੁੰਡੇ ਹੀ ਲਈ ਬੈਠੇ ਹੁੰਦੇ ਆ। ਨਹੀਂ ਕਈ ਵਾਰੀ ਤਾਂ ਨਾ ਉਹ ਲੇਡੀ ਵੀ ਤੁਹਾਨੂੰ ਸੁਜੈਸਟ ਕਰ ਦਿੰਦੀ ਜਿਹਦੇ ਆਪਦੇ ਪਹਿਲਾਂ 4 ਕੁੜੀਆਂ ਹੁੰਦੀਆਂ ਬਿਲਕੁਲ ਵੀ ਫਲਾਣੀ ਤੋਂ ਦਵਾਈ ਮਿਲਦੀ ਹੈ ਨਾ। ਪਹਿਲੇ ਬੱਚੇ ਵੇਲੇ ਨਾ ਤੁਹਾਨੂੰ ਇੰਨਾ ਪ੍ਰੈਸ਼ਰ ਨਹੀਂ ਫੀਲ ਹੁੰਦਾ ਜੇ ਕੋਈ ਸੋਚਦਾ ਵੀ ਆ, ਦੂਜੇ ਵੇਲੇ ਬਹੁਤ ਪ੍ਰੈਸ਼ਰ ਫੀਲ ਹੁੰਦਾ। ਮੈਂ ਹੱਥ ਜੋੜ ਕੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੈਂ ਨਾ ਆਹ ਗੱਲਾਂ ਬਾਅਦ ਚੋਂ ਨਹੀਂ ਸੁਣ ਸਕਦੀ ਜਿਹੜੀਆਂ ਮੈਂ ਅੱਜ ਸੁਣੀਆਂ ਨੇ, ਕਿ ਤੂੰ ਰੱਬ ਕਰਕੇ ਮੈਨੂੰ ਇੱਕ ਮੁੰਡਾ ਹੀ ਦੇ ਦੇ ਹੈ ਨਾ। ਤੇ ਉਹ ਕਰਦੇ ਕਰਦੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਮੈਨੂੰ ਉਦੋਂ ਮਹਿਸੂਸ ਹੋਇਆ ਵੀ ਯਾਰ ਅਸੀਂ ਆਪਣਾ ਬੱਚਾ ਪੈਦਾ ਕਰਨ ਵੇਲੇ ਵੀ ਬੇਵਸ ਹਾਂ। ਖੂਨ ਤੱਕ ਬੱਚੇ ਨੂੰ ਮਾਂ ਤੋਂ ਮਿਲਣਾ ਸਭ ਕੁਝ ਜੋ ਆ ਹੈ ਨਾ, ਮਾਂ ਦੀ ਖੁਰਾਕ ਦੇ ਕੇ ਨਿਆਣਾ ਪਾਲਦੀ ਆ। ਉਹਨੂੰ ਤੁਸੀਂ ਕਹੀ ਜਾਂਦੇ ਮੁੰਡਾ ਹੋਵੇ ਮੁੰਡਾ ਹੋਵੇ, ਅੱਧੀ ਦੁਨੀਆ ਨੂੰ ਤਾਂ ਅਜੇ ਤੱਕ ਇਹ ਨਹੀਂ ਸਮਝ ਆਈ ਵੀ ਮੁੰਡਾ ਵੀ ਮੁੰਡੇ ਦੀ ਵਜ੍ਹਾ ਨਾਲ ਹੀ ਹੋ ਸਕਦਾ ਹੈ ਨਾ। ਤੁਸੀਂ ਪ੍ਰੈਸ਼ਰ ਹੀ ਗਲਤ ਜਗ੍ਹਾ ਤੇ ਦੇ ਰਹੇ। ਸਹੀ ਗੱਲ, ਤੂੰ ਰੈਸਟ ਕਰ ਲਾ, ਨਿਆਣੇ ਨੂੰ ਮਤਲਬ ਨਿਆਣਾ ਸੌਖਾ ਰਹੂਗਾ ਹੈ ਨਾ। ਕੋਈ ਇਹ ਨਹੀਂ ਕਹਿੰਦਾ ਵੀ ਪਹਿਲਾਂ ਤੂੰ ਠੀਕ ਹੋਏਂਗੀ ਤਾਂ ਬੱਚਾ ਸਹੀ ਜਨਮ ਲਊਗਾ। ਬੱਚਾ ਹੋਣ ਤੋਂ ਬਾਅਦ ਸਾਨੂੰ ਐਂ ਲੱਗਦਾ ਹੁੰਦਾ ਵੀ ਜਿਵੇਂ ਉਹ ਨਹੀਂ ਹੁੰਦਾ ਵੀ ਡੱਬੇ ਚੋਂ ਮਠਿਆਈ ਆਈ ਸੀ ਕੱਢ ਲਈ ਤੇ ਡੱਬਾ ਸਿੱਟ ਦੋ, ਉਹਨੂੰ ਮਾਈਨਸ ਹੀ ਕਰਦੇ। ਉਹਨੂੰ ਅਸੀਂ ਭੁੱਲ ਹੀ ਜਾਂਦੇ ਵੀ ਇਹਨੇ ਬੱਚਾ ਲੈ ਕੇ ਆਂਦਾ ਦੁਨੀਆ ਤੇ। ਉਹਨੂੰ ਛੱਡ ਕੇ ਅਸੀਂ, ਮੈਂ ਕਹਿੰਦੀ ਆ ਚਲੋ ਜੇ ਤਾਂ ਕੁੜੀ ਹੋ ਗਈ ਫਿਰ ਤਾਂ ਠੀਕ ਠਾਕ ਆ, ਜੇ ਮੁੰਡਾ ਹੋ ਗਿਆ ਫਿਰ ਤਾਂ ਅਸੀਂ ਜਮਾਂ ਹੀ ਭੁੱਲ ਕੇ ਉਹਨੂੰ, ਸਾਨੂੰ ਸਾਰੇ ਰਿਸ਼ਤੇਦਾਰ ਚੇਤੇ ਆਉਂਦੇ ਨੇ ਵੀ ਫਲਾਣੀ ਨੂੰ ਵੀ ਫੋਨ ਕਰਦੀ, ਧਮਕਾਣੀ ਨੂੰ ਵੀ ਫੋਨ ਕਰਦੀ ਏ। ਜਿਹੜੀ ਮਿੱਥ ਬਣੀ ਹੋਈ ਆ ਨਾ ਵੀ ਹਲੇ ਤਾਂ ਥੋੜਾ ਹੀ ਟਾਈਮ ਹੋਇਆ, ਹਲੇ ਤਾਂ ਕੀ ਔਖਾ ਹੋਣਾ ਵਾ, ਅਸਲ ਦੇ ਵਿੱਚ ਉਹ ਪਹਿਲੇ 3 ਮਹੀਨੇ ਹੀ ਬੰਦਾ ਜ਼ਿਆਦਾ ਔਖਾ ਹੁੰਦਾ। ਕਿਵੇਂ ਉਹ ਟਾਈਮ ਕੱਢਿਆ, ਕੰਘੀ ਕਰੀ ਨੂੰ ਸ਼ਾਮ ਪੈ ਜਾਣੀ ਵੀ ਸ਼ਾਮ ਨੂੰ ਜਾ ਕੇ ਕੰਘੀ ਕਰਾਂਗੇ ਜਦੋਂ ਬੱਚਾ ਸੌਂ ਜਾਊਗਾ ਨਾ। ਇਕੱਲੇ ਹੋਣਾ, ਕਈ ਵਾਰੀ ਇਕੱਲੇ ਬਹਿ ਕੇ ਰੋ ਲੈਣਾ, ਫਿਰ ਠੀਕ ਹੋ ਜਾਣਾ ਵੀ ਸਾਰਿਆਂ ਦੇ ਆਉਣ ਦਾ ਟਾਈਮ ਹੋ ਗਿਆ। ਪਰ ਜਿੱਥੇ ਤੁਹਾਡੀ ਗੱਲ ਸੁਣਨ ਤੇ ਸਮਝਣ ਵਾਲਾ ਕੋਈ ਨਹੀਂ ਹੈਗਾ, ਉੱਥੇ ਵਾਕਈ ਇੱਕ ਮਦਰ ਦੇ ਦਿਮਾਗ 'ਚ ਉਸ ਵੇਲੇ ਇਹ ਖਿਆਲ ਆਉਂਦੇ ਨੇ ਕਿ ਮੇਰੀ ਜਿੰਨੀ ਵੀ ਤਕਲੀਫ ਆ ਉਹਦੀ ਵਜ੍ਹਾ ਮੇਰਾ ਬੱਚਾ ਹੈ, ਤਾਂ ਮੈਂ ਕਿਉਂ ਨਾ ਇਹਨੂੰ ਕੁਛ ਨਾ ਕੁਛ ਕਰ ਦੇਵਾਂ। ਜਿਹੜੀ ਲੇਡੀ ਤੋਂ ਸਾਨੂੰ ਐਕਸਪੈਕਟ ਹੁੰਦਾ ਕਿ ਸਾਨੂੰ ਬੱਚਾ ਦੇਵੇ ਬਣਾ ਦਾਂਗੇ, ਬੱਚਾ ਆਉਣ ਤੋਂ ਪਹਿਲਾਂ ਸਾਨੂੰ ਉਹਦੀ ਕਿੰਨੀ ਸੰਭਾਲ ਕਰਨੀ ਚਾਹੀਦੀ, ਇਹ ਤਾਂ ਅਸੀਂ ਜਮਾਂ ਹੀ ਭੁੱਲ ਜਾਂਦੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਪ੍ਰੋਗਰਾਮ ਗੱਲ ਤੇ ਗੱਲ 'ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਅੱਜ ਦਾ ਸਾਡਾ ਵਿਸ਼ਾ ਜਿਹੜਾ ਹੈ, ਇਹਦੇ 'ਤੇ ਗੱਲਬਾਤ ਕਰਨ ਲਈ ਅਸੀਂ ਬਹੁਤ ਦੇਰ ਤੋਂ ਸੋਚਦੇ ਸੀਗੇ। ਕੁਝ ਕੁ ਦਿਨ ਪਹਿਲਾਂ ਮੈਂ ਇੱਕ ਡਾਕਟਰ ਨੂੰ ਮਿਲੀ ਸੀ, ਤਾਂ ਉਹਨਾਂ ਨੇ ਦੁਬਾਰਾ ਜਦੋਂ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਤਾਂ ਸਾਨੂੰ ਲੱਗਿਆ ਕਿ ਹੁਣ ਸਾਨੂੰ ਵੀ ਗੱਲਬਾਤ ਕਰਨੀ ਚਾਹੀਦੀ ਆ। ਅਤੇ ਵਿਸ਼ਾ ਇਹ ਹੈ ਕਿ ਜਦੋਂ ਸਾਡੇ ਘਰ 'ਚ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਸਾਨੂੰ ਬੜਾ ਚਾਅ ਹੁੰਦਾ ਹੈ ਕਿ ਪਰਿਵਾਰ ਆ ਜਿਹੜਾ ਉਹ ਅੱਗੇ ਵਧ ਰਿਹਾ, ਅਤੇ ਸਾਰੇ ਪਰਿਵਾਰ 'ਚ ਚਾਅ ਹੁੰਦਾ ਕਿ ਨਵਾਂ ਜੀਅ ਆ ਜਿਹੜਾ ਉਹ ਘਰ 'ਚ ਆਉਣ ਵਾਲਾ। ਪਰ ਮੈਨੂੰ ਲੱਗਦਾ ਹੁੰਦਾ ਕਿ ਨਵੇਂ ਜੀਅ ਦੇ ਚਾਅ ਦੇ ਵਿੱਚ ਅਸੀਂ ਉਸ ਬੰਦੇ ਨੂੰ ਬਹੁਤ ਜ਼ਿਆਦਾ ਇਗਨੋਰ ਕਰਦੇ ਹਾਂ ਜਿਹੜੇ ਕਰਕੇ ਸਾਡੇ ਘਰ 'ਚੋਂ ਜੀਅ ਆ ਰਿਹਾ ਹੁੰਦਾ। ਅਤੇ ਇਵੇਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੇ ਪਰਿਵਾਰਾਂ 'ਚ ਵਾਪਰਦੀਆਂ ਨੇ, ਖਾਸ ਕਰਕੇ ਜਿਹੜੀਆਂ ਸਾਡੇ ਘਰ 'ਚ ਬੀਬੀਆਂ ਹੁੰਦੀਆਂ ਨੇ ਉਹ ਉਸ ਲੇਡੀ ਨੂੰ ਬਿਲਕੁਲ ਤਵੱਜੋ ਨਹੀਂ ਦਿੰਦੀਆਂ। ਉਹਨਾਂ ਨੂੰ ਲੱਗਦਾ ਹੁੰਦਾ ਕਿ ਉਦਾਹਰਨਾਂ ਹੁੰਦੀਆਂ ਨੇ ਉਹਨਾਂ ਕੋਲੇ ਕਿ ਜੋ ਤੂੰ ਸੋਚ ਰਹੀ ਆ, ਜੋ ਤੂੰ ਮਹਿਸੂਸ ਕਰ ਰਹੀ ਆ, ਜਾਂ ਸਰੀਰਕ ਤੌਰ 'ਤੇ ਜੇ ਤੈਨੂੰ ਥੋੜ੍ਹੀ ਬਹੁਤੀ ਔਖ ਹੋ ਰਹੀ ਆ, ਇਹ ਤਾਂ ਸਾਰੀਆਂ ਕੁੜੀਆਂ ਨਾਲ ਹੀ ਹੁੰਦਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਪ੍ਰੈਗਨੈਂਸੀ ਇੱਕੋ ਜਿਹੀ ਹੋਵੇ। ਮੈਨੂੰ ਲੱਗਦਾ ਕਿ ਮਾਨਸਿਕ ਤੌਰ 'ਤੇ ਉਸ ਵਕਤ ਬੰਦਾ ਬਹੁਤ ਵੀਕ ਮਹਿਸੂਸ ਕਰਦਾ, ਅਤੇ ਅਸੀਂ ਸਾਰਾ ਧਿਆਨ ਉਹਦੇ ਸਰੀਰ 'ਤੇ ਦੇ ਰਹੇ ਹੁੰਦੇ ਹਾਂ ਕਿ ਤੂੰ ਵੱਧ ਤੋਂ ਵੱਧ ਖਾ। ਅਤੇ ਬਹੁਤ ਚੰਗਾ ਮਾਹੌਲ ਆ ਜਿਹੜਾ ਸਾਨੂੰ ਮਿਲਣਾ ਚਾਹੀਦਾ, ਜਿਹੜਾ ਅਕਸਰ ਪਰਿਵਾਰ ਨਹੀਂ ਦਿੰਦੇ। ਉਹਨਾਂ ਦੀਆਂ ਗੱਲਾਂ ਬਾਤਾਂ ਨਹੀਂ ਬਦਲਦੀਆਂ, ਉਹ ਘਰ ਦਾ ਮਾਹੌਲ ਨਹੀਂ ਬਦਲਦੇ, ਉਹ ਉਹਦੀ ਦੇਖਭਾਲ ਦਾ ਅੰਦਾਜ਼ ਨਹੀਂ ਬਦਲਦੇ, ਉਵੇਂ ਹੀ ਦੇਖਭਾਲ ਦਿੰਦੇ ਨੇ ਜਿਵੇਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਸਾਡੇ ਵੇਲੇ ਮਿਲੀ ਸੀਗੀ। ਅਤੇ ਕਿਵੇਂ ਦਾ ਮਾਹੌਲ ਸਾਨੂੰ ਰੱਖਣਾ ਚਾਹੀਦਾ ਤਾਂ ਜੋ ਇੱਕ ਤੰਦਰੁਸਤ ਬੱਚੇ ਦੇ ਨਾਲ ਨਾਲ ਇੱਕ ਮਾਂ ਜਿਹੜੀ ਉਹ ਵੀ ਉਨੀ ਓ ਤੰਦਰੁਸਤ ਰਹੇ। ਕਿਉਂਕਿ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਉਹ ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਨੇ, ਅਤੇ ਇਹਦਾ ਕਾਰਨ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਹੁੰਦੇ ਹਾਂ। ਸਾਡਾ ਆਲਾ ਦੁਆਲਾ ਹੁੰਦਾ ਜਿਹੜਾ ਉਹਦੇ ਨਾਲ ਕਿਵੇਂ ਦੀਆਂ ਗੱਲਾਂ ਕਰਨੀਆਂ ਨੇ ਇਹ ਜਾਣਦਾ ਹੀ ਨਹੀਂ। ਅਤੇ ਇਸੇ ਵਿਸ਼ੇ 'ਤੇ ਅੱਜ ਆਪਾਂ ਗੱਲਬਾਤ ਕਰਨ ਲਈ ਗੁਰਦੀਪ ਹੁਣਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ ਤੁਸੀਂ? ਵਧੀਆ, ਠੀਕ ਹੈ। ਮੋਸਟ ਫੇਵਰੇਟ ਟੌਪਿਕ ਹੈ ਨਾ। ਬਿਲਕੁਲ, ਕਿਉਂਕਿ ਮੈਂ ਮਤਲਬ ਮੈਨੂੰ ਲੱਗਦਾ ਕੁਛ ਕੁ ਚੀਜ਼ਾਂ ਆਪਾਂ ਨੂੰ ਵੀ ਐਡਮਿਟ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਮੈਂ ਦੋਨੋਂ ਵਾਰੀ ਇਹ ਚੀਜ਼ਾਂ ਮਹਿਸੂਸ ਕੀਤੀਆਂ ਨੇ। ਨਹੀਂ ਬਿਲਕੁਲ, ਕਈ ਵਾਰੀ ਐਵੇਂ ਨਹੀਂ ਹੁੰਦਾ। ਅੱਛਾ, ਇਸ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਕਿ ਹਮੇਸ਼ਾ ਦੀ ਤਰ੍ਹਾਂ ਸਾਡੇ ਅੱਜ ਦੇ ਕਾਸਟਿਊਮ ਵੀ ਸਾਨੂੰ ਸਪੋਂਸਰ ਕੀਤੇ ਨੇ। ਇਹਨਾਂ ਖੂਬਸੂਰਤ ਸੂਟਾਂ ਦਾ ਕੱਪੜਾ ਭੇਜਿਆ ਅਪਸਰਾ ਫੈਬਰਿਕ ਪਟਿਆਲਾ ਵਾਲਿਆਂ ਨੇ, ਅਤੇ ਇਹਨਾਂ ਸੂਟਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਲੀੜੇ ਲੱਤੇ ਬਾਏ ਮਨਦੀਪ ਸੰਧੂ ਭੈਣ ਹੋਰਾਂ ਨੇ। ਦੋਵਾਂ ਦੇ ਨੰਬਰ, ਦੋਵਾਂ ਦੀ ਐਡਰੈਸ ਤੁਹਾਨੂੰ ਇਸ ਵੇਲੇ ਸਕਰੀਨ ਤੇ ਦਿਸ ਰਹੇ ਹੋਣਗੇ। ਤੁਸੀਂ ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਇਹਨਾਂ ਦੇ ਸੋਸ਼ਲ ਮੀਡੀਆ ਪੇਜ ਨੂੰ ਵੀ ਦੇਖ ਸਕਦੇ ਹੋ।
ਤੇ ਇਹ ਵੀ ਨਹੀਂ ਹੁੰਦਾ ਹੈਗਾ ਕਿ ਕੋਈ ਜਾਣ ਬੁੱਝ ਕੇ ਕਰਦਾ ਆ, ਪਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਉਸ ਵੇਲੇ ਜਿਹੜੀਆਂ ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਆ, ਸ਼ਾਇਦ ਪਰਿਵਾਰ ਉਸ ਵੇਲੇ ਧਿਆਨ ਨਹੀਂ ਦਿੰਦੇ ਹੈਗੇ ਹਨਾ, ਜਾਂ ਫਿਰ ਸਾਨੂੰ ਉਹ ਚੀਜ਼ਾਂ ਜ਼ਰੂਰੀ ਨਹੀਂ ਲੱਗਦੀਆਂ, ਜਾਂ ਫਿਰ ਤੁਸੀਂ ਕਹਿ ਲਓ ਕਿ ਕਈ ਵਾਰੀ ਅਸੀਂ ਉਹਨਾਂ ਗੱਲਾਂ ਨੂੰ ਕਰਨ ਲੱਗਿਆਂ ਹਿਚਕਿਚਾਹਟ ਮਹਿਸੂਸ ਕਰਦੇ ਹਾਂ ਹਨਾ, ਵੀ ਕਿਸੇ ਨੂੰ ਇਹ ਪੁੱਛਣਾ ਵੀ ਤੈਨੂੰ ਕਿਵੇਂ ਮਹਿਸੂਸ ਹੋ ਰਿਹਾ ਹਨਾ, ਅਸੀਂ ਇੰਨੀ ਗੱਲ ਵੀ ਨਹੀਂ ਪੁੱਛਦੇ ਹੈਗੇ ਕਈ ਵਾਰ ਕਿਸੇ ਨੂੰ ਪ੍ਰੈਗਨੈਂਸੀ ਦੇ ਵਿੱਚ। ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਮੈਨੂੰ ਲੱਗਦਾ ਜਿਹੜੀਆਂ ਆਪਾਂ ਅੱਗੇ ਚੱਲ ਕੇ ਡਿਸਕਸ ਕਰ ਸਕਦੇ ਹਾਂ। ਬਿਲਕੁਲ, ਕਿਉਂਕਿ ਮੈਨੂੰ ਲੱਗਦਾ ਕਿ ਨਾ ਜਿਹਦੇ 2 ਜਾਂ 3 ਬੱਚੇ ਨੇ ਹਨਾ, ਉਹਨੂੰ ਖੁਦ ਨੂੰ ਵੀ ਪਤਾ ਹੁੰਦਾ ਵੀ ਹਰ ਵਕਤ ਜਾਣੀ ਪਹਿਲੇ ਬੱਚੇ ਟਾਈਮ ਹੋਰ ਚੀਜ਼ਾਂ ਸੀ, ਦੂਜੀ ਵਾਰੀ ਹੋਰ, ਤੀਜੇ ਵਾਰੀ ਮਤਲਬ ਸਾਡੀਆਂ ਸਿਚੁਏਸ਼ਨਸ ਅਲੱਗ-ਅਲੱਗ ਹੁੰਦੀਆਂ ਨੇ ਹਨਾ। ਜਿਵੇਂ ਪਹਿਲੀ ਵਾਰ ਥੋੜਾ ਜਿਹਾ ਪਰਿਵਾਰ ਨੂੰ ਜ਼ਿਆਦਾ ਚਾਅ ਹੁੰਦਾ ਕਿਉਂਕਿ ਪਹਿਲਾ ਬੱਚਾ ਘਰੇ ਆਉਣਾ ਹੁੰਦਾ, ਤੇ ਸਾਡਾ ਹੁੰਦਾ ਇਹ ਕਿ ਆਪਾਂ ਨੂੰ ਉਹ ਤਜਰਬਾ ਹੀ ਨਹੀਂ ਹੁੰਦਾ ਕਿ ਇੱਕ ਮਾਂ ਕਿਵੇਂ ਬਣਨਾ, ਜਾਂ ਮਤਲਬ ਬੱਚਾ ਹੋਣ ਤੋਂ ਬਾਅਦ ਉਹਦੀ ਦੇਖਭਾਲ ਕਿਵੇਂ ਦੀ ਹੋਊਗੀ। ਪਹਿਲੀ ਵਾਰੀ ਹਰ ਕੋਈ ਬੰਦਾ ਕਹਿੰਦਾ ਹੁੰਦਾ ਕਿ ਤੁਹਾਡਾ ਸਰੀਰ ਥੋੜਾ ਜਿਹਾ ਜ਼ਿਆਦਾ ਔਖਾ ਮਹਿਸੂਸ ਕਰਦਾ ਹਨਾ, ਤੇ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿਉਂਕਿ ਤੁਹਾਨੂੰ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਆਪਣੇ ਨਾਲ ਕਿ ਮੇਰੇ 'ਚ ਕੀ ਚੇਂਜ ਆਉਣਗੇ ਹਨਾ। ਤੇ ਬੜਾ ਔਖਾ ਹੁੰਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਹੀ ਦੇਖਣਾ ਕਿ ਜਿਹੜੇ ਕੱਪੜੇ ਮੈਨੂੰ 2 ਮਹੀਨੇ ਪਹਿਲਾਂ ਫਿੱਟ ਆ ਰਹੇ ਸੀ ਉਹਨਾਂ 'ਚ ਮੈਂ ਹੁਣ ਹਨਾ ਮੈਨੂੰ ਕਿੰਨੇ ਤੰਗ ਮਹਿਸੂਸ ਹੋ ਰਹੇ ਨੇ। ਇਹ ਸ਼ਾਇਦ ਸੁਣਨ ਵਾਲਿਆਂ ਨੂੰ ਲੱਗੂਗਾ ਵੀ ਏਡੀ ਕਿੱਡੀ ਕੁ ਗੱਲ ਹੈ, ਤਾਂ ਤੁਹਾਨੂੰ ਪਹਿਲਾਂ ਵੀ ਪਤਾ ਹੀ ਹੁੰਦਾ ਵਾ ਵੀ ਮੇਰੇ ਕੱਪੜੇ ਟਾਈਟ ਹੋ ਜਾਣੇ ਨੇ, ਪਰ ਨਹੀਂ, ਜਦੋਂ ਤੁਸੀਂ ਵਾਕਈ ਉਸ ਸਿਚੁਏਸ਼ਨ 'ਚ ਹੁੰਨੇ ਹੋ, ਈਵਨ ਜਿਵੇਂ ਹਾਰਮੋਨਲ ਚੇਂਜਸ ਕਰਕੇ ਹੁਣ ਮੇਰੀ ਪ੍ਰੈਗਨੈਂਸੀ ਆ ਤਾਂ ਜਿਵੇਂ ਕਈ ਵਾਰ ਤੁਹਾਡੀ ਜਿਵੇਂ ਸਕਿਨ ਵੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਆ ਹਨਾ, ਉਹ ਵੀ ਚੀਜ਼ਾਂ ਤੁਹਾਨੂੰ ਇਹ ਨਹੀਂ ਕਿ ਮੇਰੇ ਫਸਟ ਟਾਈਮ ਨਹੀਂ ਹੋਈ ਸੀ, ਅਨੰਤ ਟਾਈਮ ਵੀ ਚੇਂਜਸ ਕੁਛ ਜਿਹੜੇ ਸੀਗੇ ਹਨਾ, ਸੇਮ ਸਿੰਪਟਮਸ ਨੇਗੇ ਮੇਰੇ, ਪਰ ਫਿਰ ਵੀ ਉਹਨਾਂ ਚੀਜ਼ਾਂ ਨੂੰ ਤੁਹਾਨੂੰ ਮਤਲਬ ਸਹਿਣਾ ਬਹੁਤ ਔਖਾ ਸਹੀ ਗੱਲ ਕਿ ਮੇਰੇ ਸਰੀਰ 'ਚ ਇੰਨੇ ਬਦਲਾਅ ਕਿਉਂ ਹੋ ਰਹੇ ਨੇਗੇ ਹਨਾ। ਕਈ ਵਾਰ ਤੁਹਾਡੇ ਅਨਨੈਸੈਸਰੀ ਹੇਅਰ ਗਰੋਥ ਹੋਣ ਲੱਗ ਜਾਂਦੀ ਆ ਮੂੰਹ ਤੇ, ਉਹ ਵੀ ਚੀਜ਼ਾਂ ਫਿਰ ਤੁਹਾਨੂੰ ਬਹੁਤ ਡਿਪਰੈਸ਼ਨ ਲੱਗ ਜਾਂਦੇ ਆ। ਤੁਹਾਡੇ ਵਾਲ, ਮੇਰੇ ਵਾਲ ਪਹਿਲਾਂ ਨਾਲੋਂ ਅੱਧੇ ਰਹਿ ਗਏ ਨੇ ਅਨੰਤ ਦੇ ਹੋਣ ਤੋਂ ਬਾਅਦ ਹਨਾ, ਉਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦਿੰਦੀਆਂ ਨੇ। ਪਹਿਲੀ ਪ੍ਰੈਗਨੈਂਸੀ ਤੋਂ ਬਾਅਦ ਮੇਰਾ ਸਰੀਰ 4 ਸਾਲ ਲੱਗੇ ਮੈਨੂੰ ਵਾਪਸ ਹਨਾ, ਕਿ ਮੈਨੂੰ ਲੱਗੇ ਵੀ ਹਾਂ ਮੇਰੇ ਕੱਪੜੇ ਪਾਏ ਸੋਹਣੇ ਲੱਗਦੇ ਨੇ। ਸਹੀ ਗੱਲ। ਇਹ ਚੀਜ਼ਾਂ ਹੌਲੀ ਹੌਲੀ ਬੰਦਾ ਆਪਣੇ ਆਪ ਨਾਲ ਲੜ ਕੇ ਆਪ ਹੀ ਸਿੱਖਦਾ ਆ, ਪਰ ਤੁਹਾਨੂੰ ਤੇ ਕਾਉਂਸਲ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ। ਸਭ ਨੂੰ ਇਹ ਲੱਗਦਾ ਲੈ ਤੇਰੇ ਨਾਲ ਕਿਹੜਾ ਇਕੱਲੀ ਨਾਲ ਹੋਇਆ ਵਾ, ਸਭ ਨਾਲ ਹੀ ਇਹੀ ਹੁੰਦਾ। ਮੈਂ ਤਾਂ ਕਹਿੰਦੀ ਹਾਂ ਜੇ ਸਭ ਨਾਲ ਹੁੰਦਾ ਤਾਂ ਫਿਰ ਤੁਹਾਨੂੰ ਸਭ ਨਾਲ ਹੀ ਗੱਲ ਕਰਨੀ ਚਾਹੀਦੀ ਆ ਹੈਨਾ। ਅਸੀਂ ਨਾ ਮਤਲਬ ਜ਼ਿਆਦਾ ਮਾਹੌਲ ਘਰ 'ਚ ਆਪਣੇ ਜਿਵੇਂ ਹੁੰਦਾ, ਜਿਵੇਂ ਹੁਣ ਤੁਸੀਂ ਜਾਂ ਮੈਂ ਹੋ, ਮੈਂ ਆਪਣੇ ਹਸਬੈਂਡ ਤੋਂ ਜਾਂ ਸਹੁਰੇ ਤੋਂ ਸ਼ਾਇਦ ਉਨੇ ਮਾਹੌਲ ਦੀ ਉਮੀਦ ਨਹੀਂ ਕਰੂੰਗੀ ਜਿੰਨੀ ਮੈਨੂੰ ਘਰ 'ਚ ਜਿੰਨੀਆਂ ਫੀਮੇਲ ਮੈਂਬਰ ਹੋਣਗੀਆਂ ਉਹਨਾਂ ਤੋਂ ਹੋਊਗੀਆਂ ਨਾ। ਮੈਨੂੰ ਲੱਗਦਾ ਕਿ ਨਹੀਂ, ਜਿੰਨੇ ਮੈਂਬਰ ਆ ਸਭ ਤੋਂ ਹੋਣੀ ਚਾਹੀਦੀ ਆ। ਪਰ ਸਾਡਾ ਜਿਹੜਾ ਜ਼ਿਆਦਾ ਸਮਾਂ ਹੁੰਦਾ, ਜਿਵੇਂ ਕਈ ਵਾਰੀ ਘਰ 'ਚ ਜਿਵੇਂ ਆਪਾਂ 2 ਜਾਣੇ ਆ ਹਨਾ, ਮੰਨ ਲਓ 2 ਫੀਮੇਲ ਨੇ, ਸਾਡਾ ਜ਼ਿਆਦਾ ਸਮਾਂ ਉਹਨਾਂ ਨਾਲ ਹੁੰਦਾ, ਤੇ ਉਹੀ ਤੁਹਾਨੂੰ ਸਭ ਤੋਂ ਜ਼ਿਆਦਾ ਨੈਗੇਟਿਵ ਅਪਰੋਚ ਨਾਲ ਗੱਲ ਕਰਦੀਆਂ ਨੇ। ਉਹਨਾਂ ਨੂੰ ਹੁੰਦਾ ਵੀ ਜੇ ਤੁਸੀਂ ਕਹਿ ਦੋਗੇ, ਮੰਨ ਲਓ ਤੁਹਾਡੀ ਹਲੇ ਪ੍ਰੈਗਨੈਂਸੀ ਨੂੰ 2-3 ਮਹੀਨੇ ਹੋਇਆ ਕਿ ਮੇਰਾ ਸਰੀਰ ਠੀਕ ਨਹੀਂ ਮਹਿਸੂਸ ਕਰਦਾ ਹਨਾ, ਜਿਵੇਂ ਡਾਕਟਰ ਮਮਤਾ ਨੇ ਕਿਹਾ ਸੀ ਕਿ ਵਾਕਈ ਤੁਸੀਂ ਪਹਿਲੇ 3-4 ਮਹੀਨਿਆਂ 'ਚ ਜ਼ਿਆਦਾ ਤੰਗ ਹੁੰਨੇ ਹੋ, ਕਿਉਂਕਿ ਤੁਹਾਨੂੰ ਕਈ ਕੁੜੀਆਂ ਨੂੰ ਜਿਵੇਂ ਵੋਮਟਿੰਗ ਹੋਣ ਲੱਗ ਜਾਂਦੀ ਆ ਹਨਾ, ਜਾਂ ਆਪਾਂ ਨੂੰ ਜਿਵੇਂ ਆਪਾਂ ਕਿਹਾ ਕਿ ਇੱਕਦਮ ਸਰੀਰ 'ਚ ਜਦੋਂ ਕੋਈ ਚੇਂਜ ਆਉਂਦਾ ਤੁਸੀਂ weight gain ਕਰਨਾ ਸ਼ੁਰੂ ਕਰਦੇ ਹੋ ਤਾਂ ਕਿੰਨਾ ਔਖਾ ਲੱਗਦਾ। ਉਹੀ ਤੁਹਾਨੂੰ ਸਭ ਤੋਂ ਵੱਡੀਆਂ ਉਦਾਹਰਨਾਂ ਦੇਣਗੇ ਵੀ ਲੈ ਮੇਰੇ ਨਾਲ ਵੀ ਤਾਂ ਐਂ ਹੋਇਆ ਸੀ, ਫਲਾਣੇ ਨਾਲ ਵੀ ਤਾਂ ਐਂ ਹੋਇਆ, ਤੇਰੇ ਨਾਲ ਕਿਹੜਾ ਨਵਾਂ ਹੋਇਆ ਹਨਾ। ਮੈਨੂੰ ਲੱਗਦਾ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਨਾ ਕਰੋ ਬੰਦੇ ਨਾਲ। ਉਹ ਕਿਵੇਂ ਦੀ ਗੱਲ ਕਰ ਰਿਹਾ ਉਹਨੂੰ ਉਸ ਢੰਗ ਨਾਲ ਸਮਝੋ ਤੇ ਸੁਣੋ। ਦੇਖੋ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਪ੍ਰੈਗਨੈਂਸੀ ਦੇ ਵੈਸੇ ਤਾਂ 9 ਮਹੀਨੇ ਬਹੁਤ ਖਿਆਲ ਰੱਖਣ ਵਾਲੇ ਹੁੰਦੇ ਨੇ, ਪਰ ਡਾਕਟਰ ਵੀ ਕਹਿੰਦੇ ਨੇ, ਜਾਂ ਤੁਸੀਂ ਵੀ ਜਦੋਂ ਥੋੜਾ ਬਹੁਤਾ ਪੜ੍ਹਦੇ ਹੋ ਹਨਾ, ਜਾਂ ਤੁਸੀਂ ਆਪਣੇ ਭੈਣ ਭਰਾ ਜਿਹੜੇ ਕਿ ਨਵੇਂ ਹੁਣ ਮਾਂ-ਬਾਪ ਬਣ ਕੇ ਹਟੇ ਨੇ, ਕਿ ਤੁਸੀਂ ਉਹਨਾਂ ਨਾਲ ਵੀ ਜਦੋਂ ਗੱਲ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਇਹੀ ਕਹਿੰਦੇ ਨੇ, ਡਾਕਟਰ ਵੀ ਇਹੀ ਕਹਿੰਦੇ ਨੇ, ਜੋ ਕਿਤਾਬਾਂ ਤੁਸੀਂ ਪੜ੍ਹਦੇ ਹੋ ਉਹ ਵੀ ਤੁਹਾਨੂੰ ਇਹੀ ਕਹਿੰਦੀਆਂ ਨੇ ਕਿ ਪਹਿਲੇ 3 ਤੇ ਪਿਛਲੇ 3 ਵਾਲੇ ਮਹੀਨੇ ਤਾਂ ਬਹੁਤ ਹੀ ਜ਼ਿਆਦਾ ਖਿਆਲ ਰੱਖਣ ਵਾਲੇ ਹੁੰਦੇ ਨੇ ਹਨਾ। ਮੈਨੂੰ ਲੱਗਦਾ ਕਿ ਪਿਛਲੇ 3 ਦਿਨਾਂ ਤੋਂ ਚਲ ਆਪਾਂ ਕਹਿੰਦੇ ਨੇ ਕਿ ਟਾਈਮ ਤੁਹਾਡਾ ਨੇੜੇ ਹੁੰਦਾ, ਸਮਾਂ ਤੁਹਾਡਾ ਨੇੜੇ ਹੁੰਦਾ, ਤੁਸੀਂ ਕਿਹੋ ਜਿਹੀ ਪੈਰਾਂ 'ਚ ਜੁੱਤੀ ਪਾਉਣੀ ਆ, ਤੁਹਾਡਾ ਪੈਰ ਸਲਿੱਪ ਨਾ ਕਰ ਜੇ, ਉੱਠਣ ਬੈਠਣ ਲੱਗੇ ਤੁਸੀਂ ਅੱਡੀਆਂ ਚੱਕ ਕੇ ਕੋਈ ਚੀਜ਼ ਨਹੀਂ ਚੱਕਣੀ, ਤੁਸੀਂ ਆਪਣੀ ਬਾਡੀ ਨੂੰ ਸਟਰੈਚ ਨਹੀਂ ਕਰਨਾ, ਜਾਂ ਤੁਸੀਂ ਮਤਲਬ ਝੁਕਣਾ ਨਹੀਂ ਹੈਗਾ ਜ਼ਿਆਦਾ ਹਨਾ, ਜਾਂ ਇੱਕਦਮ ਤੁਸੀਂ ਉੱਠਣਾ ਨਹੀਂ, ਇਹ ਵਾਲੀਆਂ ਚੀਜ਼ਾਂ ਹੋ ਜਾਂਦੀਆਂ। ਪਰ ਜਿਹੜੇ ਪਹਿਲੇ 3 ਮਹੀਨੇ ਹੁੰਦੇ ਨੇ ਤਾਂ ਉਹ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਧਿਆਨ ਦੇਣ ਵਾਲੇ ਹੁੰਦੇ ਨੇ। ਉਹ 'ਚ ਕਿੰਨੇ ਚੇਂਜਸ ਨੇ ਜਿਹੜੇ ਤੁਹਾਨੂੰ ਪਤਾ ਲੱਗਦਾ ਕਿ ਅਗਲੇ 9 ਮਹੀਨੇ ਮੇਰੇ ਸਰੀਰ 'ਚ ਹੁਣ ਆਹ ਬਦਲਾਅ ਰਹਿਣਗੇ ਹਨਾ। ਜਿਵੇਂ ਮੈਨੂੰ ਸਮੈਲ ਬਹੁਤ ਆਉਂਦੀ ਆ, ਕੋਈ ਕਿਤੇ ਵੀ ਮਤਲਬ ਸਵੇਰ ਦਾ ਵੀ ਤੜਕਾ ਲੱਗਿਆ ਹੋਊਗਾ ਤਾਂ ਮੈਨੂੰ ਰਾਤ ਨੂੰ ਸੌਣ ਲੱਗੇ ਉਹਦੀ ਸਮੈਲ ਆਉਂਦੀ ਆ ਹਨਾ। ਤੇ ਆਪਣੇ ਕਹਿ ਦਿੰਦੇ ਨੇ ਕਿ ਹਲੇ ਤਾਂ ਟਾਈਮ ਹੀ ਕੁਛ ਨਹੀਂ ਹੋਇਆ। ਨਹੀਂ, ਸ਼ੁਰੂ 'ਚ ਤਾਂ ਨਹੀਂ ਔਖਾ ਹੁੰਦਾ, ਪਰ ਇਹ ਜਿਹੜੀ ਮਿੱਥ ਬਣੀ ਹੋਈ ਆ ਨਾ ਵੀ ਹਲੇ ਤਾਂ ਥੋੜਾ ਹੀ ਟਾਈਮ ਹੋਇਆ, ਹਲੇ ਤਾਂ ਕੀ ਔਖਾ ਹੋਣਾ ਵਾ,
ਅਸਲ ਦੇ ਵਿੱਚ ਉਹ ਪਹਿਲੇ 3 ਮਹੀਨੇ ਹੀ ਬੰਦਾ ਜ਼ਿਆਦਾ ਔਖਾ ਹੁੰਦਾ। ਜਿੰਨੇ ਚੇਂਜਸ ਹੋਣੇ ਹੁੰਦੇ ਨੇ ਉਹ ਤੁਹਾਡੇ ਪਹਿਲੇ 3 ਮਹੀਨਿਆਂ ਦੇ ਵਿੱਚ ਹੋਣੇ ਹੁੰਦੇ ਨੇ, ਹਨਾ। ਤੁਹਾਡੇ ਖਾਣ ਪੀਣ ਦਾ ਸਵਾਦ ਬਦਲ ਜਾਂਦਾ, ਬਿਨਾਂ ਬੁਖਾਰ ਤੋਂ ਹੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੁਖਾਰ ਹੋਇਆ ਹਨਾ। ਤੁਹਾਡੇ ਮੂੰਹ ਦਾ ਸਵਾਦ ਬਦਲ ਜਾਂਦਾ ਵਾ, ਮਾਰਨਿੰਗ ਸਿਕਨੈਸ ਹੁੰਦੀ ਹੈ, ਕਈਆਂ ਨੂੰ ਰਾਤ ਦੀ ਸਿਕਨੈਸ ਹੋ ਜਾਂਦੀ ਆ, ਹਨਾ। ਮੈਨੂੰ ਲੱਗਦਾ ਕਿ ਉਹ ਵੇਲਾ ਸੱਚੀ ਬਹੁਤ ਜ਼ਿਆਦਾ ਧਿਆਨ ਦੇਣ ਵਾਲਾ ਹੁੰਦਾ ਆ। ਤੁਹਾਡਾ ਆਪਣਾ ਵੀ ਤੁਸੀਂ ਖਿਆਲ ਉਹਨਾਂ ਜ਼ਿਆਦਾ ਰੱਖਣਾ ਹੁੰਦਾ, ਤੇ ਮੈਨੂੰ ਲੱਗਦਾ ਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਤੁਹਾਡਾ ਉਸ ਵੇਲੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਪਰ ਆਪਣੇ ਉਲਟ ਹੁੰਦਾ, ਆਪਣੇ ਕਹਿੰਦੇ ਹੈ ਤਾਂ ਥੋੜਾ ਹੀ ਟਾਈਮ ਹੋਇਆ, ਹਲੇ ਤਾਂ ਕੀ ਹੋਣ ਲੱਗਿਆ, ਹਲੇ ਤਾਂ ਪਤਾ 3-4 ਮਹੀਨੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਲੱਗਿਆ। ਬਿਲਕੁਲ, ਦੇਖੋ ਜਿਵੇਂ ਉਹਨਾਂ ਨੇ ਕਿਹਾ ਸੀ ਗੁਰਦੀਪ ਕਿ ਵਾਕਈ ਚ ਪਹਿਲੇ 4 ਮਹੀਨੇ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੇ ਹੁੰਦੇ ਆ, ਕਹਿੰਦੇ ਕਿਉਂਕਿ ਨਿਆਣੇ ਦੇ ਔਰਗਨ ਬਣਨੇ ਹੁੰਦੇ ਆ, ਹਨਾ। ਵੀ ਤੁਹਾਨੂੰ ਬਹੁਤ ਆਪਣੇ ਆਪ ਦੀ ਦੇਖਭਾਲ ਕਰਨੀ ਚਾਹੀਦੀ ਹੈ, ਤੇ ਇਮੋਸ਼ਨਲੀ ਵੀ ਕਹਿੰਦੇ ਤੁਹਾਨੂੰ ਉਨੀ ਉਹ ਦੇਖਭਾਲ ਦੀ ਜ਼ਰੂਰਤ ਹੁੰਦੀ ਆ। ਪਰ ਸਾਡੇ ਪਰਿਵਾਰਾਂ 'ਚ ਇਹ ਚੀਜ਼ ਨਹੀਂ ਸਮਝੀ ਜਾਂਦੀ। ਹਾਂ, ਬਹੁਤ ਸਾਰੇ ਨਾ ਘਰਾਂ 'ਚ ਐ ਹੁੰਦਾ ਵੀ ਖਾ ਲਾ ਤੂੰ, ਮਤਲਬ ਨਿਆਣੇ ਨੂੰ ਖੁਰਾਕ ਚਾਹੀਦੀ ਹੈ, ਤੂੰ ਆ ਵੀ ਖਾ ਲਾ, ਤੂੰ ਆ ਵੀ ਖਾ ਲਾ। ਮੈਨੂੰ ਲੱਗਦਾ ਕਿ ਇਕੱਲੇ ਸਰੀਰ ਨੂੰ ਨਾ ਦੇਖੋ, ਬੰਦੇ ਨੂੰ, ਹਨਾ। ਕਿੰਨਾ ਕੁਛ ਆ ਜਿਹੜਾ ਸਾਡੇ ਅੰਦਰੋਂ, ਜਿਵੇਂ ਪਹਿਲੀ ਗੱਲ ਆਪਾਂ ਗੱਲ ਕੀਤੀ ਵੀ ਸਾਡੇ ਸਰੀਰ 'ਚ ਹੀ ਕਿੰਨਾ ਬਦਲਾਅ ਆ ਗਿਆ ਜਿਹੜਾ ਸਾਡੇ ਤੋਂ ਐਕਸੈਪਟ ਹੀ ਨਹੀਂ ਕੀਤਾ ਜਾਂਦਾ ਹੁੰਦਾ। ਫਿਰ ਤੁਸੀਂ ਦੇਖੋ ਕਿ ਬਹੁਤ ਪਰਿਵਾਰ ਇੱਦਾਂ ਦੇ ਵੀ ਨੇ ਜਿਹੜੇ ਪਹਿਲੇ ਨਿਆਣੇ ਤੇ ਵੀ ਉਮੀਦ ਕਰਦੇ ਆ ਕਿ ਮੁੰਡਾ ਹੀ ਹੋਣਾ ਚਾਹੀਦਾ। ਮਤਲਬ ਆਪਾਂ ਹੈਰਾਨ ਰਹਿ ਜਾਂਦੇ ਵੀ ਇਹ ਵੀ ਗੱਲਾਂ ਹੁੰਦੀਆਂ ਨੇ ਪਰਿਵਾਰਾਂ 'ਚ। ਤੇ ਇੱਕ ਤਾਂ ਬੰਦਾ ਇੱਕ ਬੱਚੇ ਨੂੰ 9 ਮਹੀਨੇ ਦੇ ਰਿਹਾ, ਪਹਿਲੇ ਬੱਚੇ ਵੇਲੇ ਨਾ ਤੁਹਾਨੂੰ ਇੰਨਾ ਪ੍ਰੈਸ਼ਰ ਨਹੀਂ ਫੀਲ ਹੁੰਦਾ ਜੇ ਕੋਈ ਸੋਚਦਾ ਵੀ ਆ, ਦੂਜੇ ਵੇਲੇ ਬਹੁਤ ਪ੍ਰੈਸ਼ਰ ਫੀਲ ਹੁੰਦਾ। ਸਹੀ ਗੱਲ ਹੈ। ਤੇ ਨਾਲੇ ਅਸੀਂ ਮਤਲਬ ਗੱਲ ਕਰਨ ਲੱਗੇ ਝਿਜਕਦੇ ਵੀ ਨਹੀਂ ਹੈਗੇ, ਹਨਾ। ਹੁਣ ਮੈਂ ਆ ਜਿਹੜੀ ਚੀਜ਼ ਮੈਨੂੰ ਚਾਹੀਦੀ ਆ ਰੱਬ ਤੋਂ ਸਭ ਤੋਂ ਜ਼ਿਆਦਾ ਸ਼ਿੱਦਤ ਨਾਲ ਮੈਂ ਮੰਗ ਸਕਦੀ ਹਾਂ, ਉਹ ਮੇਰੇ ਲਈ ਤੁਸੀਂ ਵੀ ਨਹੀਂ ਮੰਗ ਸਕਦੇ, ਹਨਾ। ਮੈਂ ਵੀ ਚਾਹੁੰਦੀ ਹਾਂ ਕਿ ਜੇ ਮੇਰਾ ਪਰਿਵਾਰ ਵਧੇ ਤਾਂ ਉਹ ਰੱਬ ਕਰੇ ਵੀ ਏਦਾਂ ਹੀ ਵਧੇ, ਵੀ ਸਾਰੇ ਉਹਦੇ 'ਚ ਖੁਸ਼ ਹੋਣ, ਹਨਾ। ਇੱਕ ਮਾਂ ਇਹ ਨਿਆਣੇ ਨੂੰ ਆਪਣਾ ਸਭ ਕੁਛ ਦੇ ਰਹੀ ਆ, ਮਤਲਬ ਖੂਨ ਤੱਕ ਬੱਚੇ ਨੂੰ ਮਾਂ ਤੋਂ ਮਿਲਣਾ ਸਭ ਕੁਛ ਜੋ ਆ, ਹਨਾ। ਮਾਂ ਦੀ ਖੁਰਾਕ ਦੇ ਕੇ ਨਿਆਣਾ ਪਾਲਦੀ ਆ, ਉਹਨੂੰ ਤੁਸੀਂ ਕਹੀ ਜਾਂਦੇ ਮੁੰਡਾ ਹੋਵੇ ਮੁੰਡਾ ਹੋਵੇ। ਅੱਧੀ ਦੁਨੀਆ ਨੂੰ ਤਾਂ ਅਜੇ ਤੱਕ ਇਹ ਨਹੀਂ ਸਮਝਿਆ ਵੀ ਮੁੰਡਾ ਵੀ ਮੁੰਡੇ ਦੀ ਵਜ੍ਹਾ ਨਾਲ ਹੀ ਹੋ ਸਕਦਾ, ਹਨਾ। ਤੁਸੀਂ ਪ੍ਰੈਸ਼ਰ ਹੀ ਗਲਤ ਜਗ੍ਹਾ ਤੇ ਦੇ ਰਹੇ ਤੇ ਉਹ ਕੁੜੀ ਤੇ ਇਸ ਚੀਜ਼ ਦਾ ਪ੍ਰੈਸ਼ਰ ਰੱਖਣਗੇ ਕਿ ਮੁੰਡਾ ਹੀ ਹੋਣਾ ਚਾਹੀਦਾ। ਤੁਹਾਨੂੰ 100 ਤਰ੍ਹਾਂ ਦੇ ਬਾਬੇ ਸੁਜੈਸਟ ਕਰ ਦਿੰਦੀ ਹੈ ਦੁਨੀਆ, ਅੱਛਾ ਉੱਥੇ ਜਾਇਆ, ਉੱਥੇ ਜਾ ਕੇ ਮੱਥਾ ਟੇਕਿਆ, ਉੱਥੇ ਜਾ ਕੇ ਆਹ ਕਰਿਆ, ਮਤਲਬ ਜਿਵੇਂ ਬਾਬੇ ਮੁੰਡੇ ਹੀ ਲਈ ਬੈਠੇ ਹੁੰਦੇ ਆ। ਨਹੀਂ, ਕਈ ਵਾਰੀ ਤਾਂ ਨਾ ਉਹ ਲੇਡੀ ਵੀ ਤੁਹਾਨੂੰ ਸੁਜੈਸਟ ਕਰ ਦਿੰਦੀ ਜਿਹਦੇ ਆਪਦੇ ਪਹਿਲਾਂ 4 ਕੁੜੀਆਂ ਹੁੰਦੀਆਂ। ਬਿਲਕੁਲ, ਵੀ ਫਲਾਣੀ ਤੋਂ ਦਵਾਈ ਮਿਲਦੀ ਹੈ। ਸਹੀ ਗੱਲ ਹੈ। ਤੇ ਮੈਨੂੰ ਲੱਗਦਾ ਵੀ ਯਾਰ ਇਹੋ ਜਿਹੀਆਂ ਗੱਲਾਂ ਅਸੀਂ ਕਿਉਂ ਕਰਦੇ ਹਾਂ ਬੰਦੇ ਨਾਲ ਜਾ ਕੇ? ਅਸੀਂ ਕਿਉਂ ਨਹੀਂ ਉਹਨੂੰ ਕਹਿੰਦੇ ਵੀ ਤੂੰ ਮਾਂ ਬਣਨ ਵਾਲੀ ਆ, ਤੂੰ ਵਧੀਆ ਸੋਚ, ਵਧੀਆ ਖਾ, ਤੇ ਇਹ ਉਮੀਦ ਕਰ ਕਿ ਮੈਨੂੰ ਇੱਕ ਤੰਦਰੁਸਤ ਨਿਆਣਾ ਮਿਲੇ, ਹਨਾ। ਜਿਹੜੇ ਲੋਕ ਸਾਡੇ ਆਂਢੀ ਗੁਆਂਢੀ ਵੀ ਆਉਂਦੇ ਨੇ, ਉਹ ਵੀ ਜਦੋਂ ਤੁਹਾਨੂੰ ਆ ਕੇ ਪੁੱਛਦੇ ਨੇ ਵੀ ਅੱਛਾ ਤੈਨੂੰ ਨੀਂਦ ਕਿੰਨੀ ਕੁ ਆਉਂਦੀ ਆ, ਤੁਸੀਂ ਕਹੋਗੇ ਮੈਨੂੰ ਜ਼ਿਆਦਾ ਆਉਂਦੀ ਆ, ਫਿਰ ਤੇਰੇ ਪੱਕਾ ਕੁੜੀ ਹੋਊਗੀ, ਹਨਾ। ਹਾਂ, ਤੇ ਇਹ ਬਹੁਤ ਇਰੀਟੇਟਿੰਗ। ਹਾਂ, ਬਿਲਕੁਲ। ਢਿੱਡ ਦੇ ਆਕਾਰ ਨੂੰ ਦੇਖ ਦੇਖ ਕੇ ਐਸਟੀਮੇਟ ਲਾਈ ਜਾਂਦੀ ਪਬਲਿਕ ਕੀ ਹੋਊਗਾ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਜਿੱਥੇ ਅਸੀਂ ਨਾ ਕਿਸੇ ਦਾ ਨਿਆਣਾ ਪਾਲਣਾ ਹੈ, ਨਾ ਅਸੀਂ ਕਿਸੇ ਦਾ ਨਿਆਣਾ ਸੰਭਾਲਣਾ, ਉੱਥੇ ਸਾਨੂੰ ਦੁਨਿਆਵੀ ਤੌਰ ਤੇ ਇੰਨੀ ਫਿਕਰ ਹੁੰਦੀ ਆ ਵੀ ਇਹਦੇ ਮੁੰਡਾ ਹੋਵੇ, ਪਰ ਅੰਦਰੋਂ ਸਾਨੂੰ ਹੁੰਦਾ ਵੀ ਰੱਬਾ ਇਹਦੇ ਨਾ ਹੋਵੇ, ਹਨਾ। ਕਿੰਨਾ ਅਸੀਂ ਜਾ ਕੇ ਐਕਟ ਕਰਦੇ ਹਾਂ ਬੰਦੇ ਤੇ, ਕਿੱਦਾਂ ਦਾ ਅਸੀਂ ਪ੍ਰੈਸ਼ਰ ਬਣਾ ਦਿੰਦੇ ਹਾਂ। ਤੇ ਦੂਜੀ ਵਾਰ ਤਾਂ ਅਸੀਂ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਡਬਲ ਕਰਦੇ ਹਾਂ। ਜੇ ਰੱਬ ਨਾ ਕਰੇ ਕਿਸੇ ਦੀ ਕੁੜੀ ਹੋਈ ਹੋਵੇ, ਪਹਿਲੀ ਗੱਲ ਤਾਂ ਉਹਦਾ ਘਰ ਦੇ ਹੀ ਜਿਉਣਾ ਹਰਾਮ ਕਰ ਦਿੰਦੇ ਆ, ਹਨਾ। ਵੀ ਦੇਖੋ ਮਾਂ ਦੇ ਨਿਆਣਾ ਹੋਣਾ, ਪਿਓ ਨੇ ਉਹਨੂੰ ਆਰਥਿਕ ਤੌਰ ਤੇ ਸਾਰਾ ਕੁਝ ਕਰਨਾ, ਹਨਾ, ਬੱਚੇ ਦਾ। ਮਾਂ ਪਿਓ ਨੇ ਨਿਆਣੇ ਨੂੰ ਪਾਲਣਾ, ਤੀਜਾ ਐਵੇਂ ਹੀ ਚਾਹੀ ਜਾਂਦਾ ਹੁੰਦਾ ਵੀ ਮੁੰਡਾ ਹੋਵੇ, ਹਨਾ। ਵੀ ਤੁਸੀਂ ਜਾ ਕੇ ਖਿਡਾਉਣਾ ਕਿਸੇ ਦਾ ਨਿਆਣਾ, ਤੇ ਕਿੰਨਾ ਅਸੀਂ ਉਹਦੇ ਤੇ ਪ੍ਰੈਸ਼ਰ ਬਣਾ ਦਿੰਦੇ ਹਾਂ। ਨਾਲੇ ਆਪਾਂ ਨੂੰ ਬਹੁਤ ਸਾਰੇ ਡਾਕਟਰ ਕਹਿੰਦੇ ਆ ਕਿ ਇੱਕ ਕੁੜੀ ਤੇ ਜਦੋਂ ਬੱਚਾ ਹੋ ਰਿਹਾ, ਉਹਨੂੰ ਤੁਸੀਂ ਇਮੋਸ਼ਨਲੀ ਇੰਨਾ ਜ਼ਿਆਦਾ ਧਿਆਨ ਰੱਖੋ ਕਿ ਕਈ ਵਾਰੀ ਉਹਦੇ ਤੇ ਉਹ ਚੀਜ਼ ਇੰਨਾ ਅਸਰ ਕਰ ਜਾਂਦੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ, ਹਨਾ। ਡਿਲੀਵਰੀ ਤੋਂ ਬਾਅਦ ਦੇ ਡਿਪਰੈਸ਼ਨ ਕੀ ਨੇ? ਇਹੀ ਨੇ। ਤੁਸੀਂ ਡਿਲੀਵਰੀ ਤੋਂ ਪਹਿਲਾਂ ਹੀ ਡਿਪਰੈਸ਼ਨ ਦੇ ਰਹੇ ਹੋ। ਹੁਣ ਤੁਸੀਂ ਹੋ, ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ, ਪਹਿਲਾ ਬੱਚਾ ਮੇਰੀ ਵੀ ਬੇਟੀ ਸੀਗੀ, ਹਨਾ। ਤੁਹਾਡੀ ਵੀ ਬੇਟੀ ਹੋਈ ਆ। ਚਾਹੇ ਸਾਡੇ ਘਰ ਚੋਂ ਸਾਨੂੰ ਇੱਕ ਮੈਂਬਰ ਉੱਠ ਕੇ ਨਾ ਕਹੇ, ਪਰ ਕੀ ਅਸੀਂ ਪ੍ਰੈਸ਼ਰ ਨਹੀਂ ਮਹਿਸੂਸ ਕਰਦੇ? ਅਸੀਂ ਕਰਦੇ ਹਾਂ। ਕਿਉਂਕਿ ਤੁਹਾਡੇ ਆਲੇ ਦੁਆਲੇ ਗੱਲਾਂ ਹੀ ਭੈਣੇ ਇਦਾਂ ਦੀਆਂ ਹੁੰਦੀਆਂ ਨੇ, ਹਨਾ। ਸਾਡੇ ਨੇ ਇੱਕ ਰਿਸ਼ਤੇਦਾਰ ਨੇ, ਤੇ ਉਹਨਾਂ ਦੇ ਨਾ ਦੂਜੀ ਵਾਰ ਜਦੋਂ ਬੱਚਾ ਹੋਇਆ, ਦੂਜੀ ਵਾਰ ਵੀ ਉਹਨਾਂ ਦੀ ਕੁੜੀ ਹੋਈ, ਮਤਲਬ ਕਿ ਉਹਨਾਂ ਦੇ 2 ਪੋਤੀਆਂ ਹੋ ਗਈਆਂ ਉਸ ਲੇਡੀ ਦੇ। ਤੇ ਮੁੰਡੇ ਉਹਦੇ 2 ਨਸ਼ੇ ਕਰਦੇ ਨੇਗੇ, ਹਨਾ। ਜਦੋਂ ਉਹਦੀ ਦੂਜੀ ਪੋਤੀ ਵੀ ਜਿਹੜਾ ਵੀ ਰਿਸ਼ਤੇਦਾਰ ਦੇਖਣ ਜਾਇਆ ਕਰੇ, ਉਹ ਮਤਲਬ ਉੱਦਾਂ ਹੀ ਮਾਯੂਸ ਜਿਹੇ ਹੋ ਜਾ ਕਰਨ ਵੀ ਚੱਲ ਸਾਨੂੰ ਤਾਂ ਉਡੀਕ ਸੀ। ਵੱਡੀ ਕੁੜੀ ਦਾ ਨਾਂ ਲੈ ਕੇ ਕਿਹਾ ਕਰਨ ਇਹਨੂੰ ਵੀ ਐਂ ਸੀ ਵੀ ਮੇਰੇ ਭਰਾ ਹੋ ਜਾਊਗਾ, ਇਹ ਉਹ ਨਾ। ਮੈਂ ਕਿਹਾ ਵੀ ਇਹ ਲੇਡੀ ਐਂ ਨਹੀਂ ਸੋਚਦੀ ਵੀ ਮੇਰੇ 2 ਮੁੰਡੇ ਸੀ,
ਮੇਰੇ ਦੋਵਾਂ ਮੁੰਡਿਆਂ ਨੇ ਮੈਨੂੰ ਜ਼ਿੰਦਗੀ 'ਚ ਡੱਕੇ ਦਾ ਸੁੱਖ ਨਹੀਂ ਦਿੱਤਾ ਹੈਗਾ। ਤੇ ਹੋ ਸਕਦਾ ਵਾ ਯਾਰ ਇਹਨਾਂ ਨਾਲੋਂ ਜ਼ਿਆਦਾ ਸੁੱਖ ਮੈਨੂੰ ਮੇਰੀਆਂ ਪੋਤੀਆਂ ਦੇ ਜਾਣ, ਵੀ ਉਹ ਆਪਣੀ ਕਿਸਮਤ ਲੈ ਕੇ ਗਈਆਂ ਨੇ। ਮੈਂ ਕਿਹਾ ਵੀ ਮੁੰਡੇ ਦੋਏ ਕਿਸੇ ਕੰਮ ਦੇ ਨਹੀਂ, ਪਰ ਫਿਰ ਵੀ ਇਹ ਜਨਾਨੀ ਨੂੰ ਇਹੀ ਰਾਟਾ ਕਿ ਮੇਰੇ ਇੱਕ ਪੋਤਾ ਕਿਉਂ ਨਹੀਂ ਹੋਇਆ ਹੈਗਾ। ਸਹੀ ਗੱਲ। ਬੰਦਾ ਇਹੀ ਸੋਚ ਲੈਂਦਾ ਯਾਰ ਮੇਰੇ ਤਾਂ ਦੋ ਸੀ, ਮੈਨੂੰ ਕਿਹਨੇ ਸੁੱਖ ਦਿੱਤਾ ਦੋਹਾਂ ਚੋਂ, ਹਨਾ ਵੀ ਮੇਰੀਆਂ ਚੱਲ ਪੋਤੀਆਂ ਹੀ ਕਿਸਮਤ ਵਾਲੀਆਂ ਹੋਣ, ਮੇਰੀ ਕਿਸਮਤ ਵੀ ਬਦਲ ਦੇਣ ਤੇ ਆਪਦੀ ਕਿਸਮਤ ਵੀ ਉਹ ਚੰਗੀ ਲਿਖਾ ਕੇ ਲੈ ਕੇ ਆਈਆਂ ਹੋਣ, ਹਨਾ। ਪਤਾ ਨਹੀਂ ਇਹ ਤਾਂ ਜਾਂ ਤੁਸੀਂ ਇਹ ਕਹਿ ਲਓ ਵੀ ਮੈਂ ਨਹੀਂ ਕਹਿੰਦੀ ਵੀ ਹਾਂ ਕਿਸੇ ਨੂੰ ਲੋੜ ਨਹੀਂ ਹੈਗੀ, ਦੋਵਾਂ ਜੀਆਂ ਨਾਲ ਹੀ ਸਮਾਜ ਅੱਗੇ ਵਧਦਾ ਹੁੰਦਾ ਆ, ਹਨਾ। ਜੇ ਆਪਾਂ ਕਹੀਏ ਵੀ ਨਾ ਤਾਂ ਕੱਲੀਆਂ ਕੁੜੀਆਂ ਨਾਲ ਵਧਣਾ, ਨਾ ਕੱਲੇ ਮੁੰਡਿਆਂ ਨਾਲ ਵਧਣਾ ਵਾ। ਸਹੀ ਗੱਲ। ਪਰ ਮੈਂ ਕਹਿੰਦੀ ਵੀ ਜਿਹੜੀ ਚੀਜ਼ ਤੁਹਾਡੇ ਹੱਥ ਵੱਸ ਹੀ ਨਹੀਂ, ਖਾਸ ਤੌਰ ਤੇ ਉਸ ਲੇਡੀ ਦੇ ਹੱਥ ਵੱਸ ਨਹੀਂ ਹੈਗੀ ਕਿ ਉਹਨੇ ਕਿਹੜੇ ਜੈਂਡਰ ਨੂੰ ਜਨਮ ਦੇਣਾ ਆ, ਤਾਂ ਉਹਦੇ ਲਈ ਫਿਰ ਤੁਸੀਂ ਇੰਨੇ ਜ਼ਿਆਦਾ ਗੱਲਾਂ, ਇੰਨੇ ਜ਼ਿਆਦਾ ਫਿਕਰ ਕਿਉਂ ਜਤਾਉਂਦੇ ਹੋ? ਜਿਹੜੀ ਚੀਜ਼ ਤੁਹਾਡੇ ਹੱਥ ਵੱਸ ਹੈ ਹੀ ਨਹੀਂਗੀ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਹੈਗੇ ਭਾਈ ਜਿਹੜਾ ਜੀ ਆ ਗਿਆ ਤੰਦਰੁਸਤ ਹੋਵੇ? ਕਿਉਂਕਿ ਜਦੋਂ ਭੈਣੇ ਕੋਈ ਵੀ ਔਰਤ ਮਾਂ ਬਣਨ ਵਾਲੀ ਹੁੰਦੀ ਆ, ਉਹਦੇ ਦਿਮਾਗ ਤੇ ਪਤਾ ਕਿੰਨੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਕਿ ਮੇਰਾ ਬੱਚਾ ਤੰਦਰੁਸਤ ਹੋਵੇ, ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ, ਹਨਾ। ਦੂਸਰੀ ਗੱਲ ਇਹ ਚੱਲਦੀ ਹੁੰਦੀ ਹੈ ਕਿ ਕਿੰਨੇ ਉਦੋਂ ਆਪਣੇ ਫੋਬੀਆ ਬਣਨ ਲੱਗ ਜਾਂਦੇ ਨੇ। ਜਿਵੇਂ ਤੁਸੀਂ ਕਿਹਾ ਕਿ ਜਿਵੇਂ ਜਿਵੇਂ ਹੁਣ ਮੇਰੀ ਡਿਲੀਵਰੀ ਦਾ ਟਾਈਮ ਨੇੜੇ ਆ ਰਿਹਾ, ਮੈਨੂੰ ਇਹ ਹੁੰਦਾ ਕਿ ਮੈਂ ਕਿਸੇ ਨੂੰ ਮਤਲਬ ਕਹਿ ਜਾਂ ਆਪਣੇ ਭੈਣ ਭਰਾ ਨੂੰ ਵੀ ਜੇ ਮੈਨੂੰ ਕੁਝ ਹੋ ਗਿਆ ਤੁਸੀਂ ਮੇਰੇ ਬੱਚੇ ਦੇਖ ਲਿਓ, ਹਨਾ। ਆਪਾਂ ਇਹ ਨਹੀਂ ਸੋਚਦੇ ਵੀ ਯਾਰ ਉਹ ਲੇਡੀ ਦੇ ਦਿਮਾਗ ਤੇ ਹੋਰ ਕਿੰਨੀਆਂ ਚੀਜ਼ਾਂ ਦਾ ਪ੍ਰੈਸ਼ਰ ਹੋਊਗਾ, ਜਾਂ ਕਿੰਨੀਆਂ ਚੀਜ਼ਾਂ ਨੇ। ਤੁਹਾਨੂੰ ਇਹ ਲੱਗਦਾ ਕਿ 2 ਦਿਨ ਜਾਂ 3 ਦਿਨ ਜਦੋਂ ਮੈਂ ਹਸਪੀਟਲ ਰਹਿਣਾ ਆ ਤਾਂ ਮੇਰੇ ਪਹਿਲੇ ਬੱਚੇ ਨੂੰ ਕੌਣ ਕਿਵੇਂ ਲੱਗੂਗਾ? ਬਿਲਕੁਲ। ਜਾਂ ਉਹਦੀਆਂ ਚੀਜ਼ਾਂ ਨੇ ਜਿਹੜੀਆਂ ਬਿਨਾਂ ਬੋਲੇ ਮੈਨੂੰ ਪਤਾ, ਚਾਹੇ ਉਹ ਸਾਰਾ ਪਰਿਵਾਰ ਉਹਦਾ ਤੁਹਾਡੇ ਤੋਂ ਜ਼ਿਆਦਾ ਕਰ ਦੇਵੇ, ਪਰ ਜਿਹੜੇ ਉਹਦੇ ਆਪਦੇ ਦਿਮਾਗ ਦੇ ਫਿਕਰ ਨੇ ਕਿ ਉਹਨਾਂ ਨੂੰ ਤੁਸੀਂ ਕਿਵੇਂ ਘੱਟ ਕਰ ਲਓਗੇ, ਹਨਾ। ਉਹ ਸਿਰਫ ਉਦੋਂ ਹੀ ਘੱਟ ਹੋ ਸਕਦੇ ਨੇ ਕਿ ਜਦੋਂ ਤੁਸੀਂ ਉਹਨੂੰ ਪੂਰਾ ਤਸੱਲੀ ਵਾਲਾ ਇੱਕ ਮਾਹੌਲ ਦਿੰਦੇ ਹੋ, ਜਦੋਂ ਉਹਨੂੰ ਇਹ ਲੱਗਦਾ ਵੀ ਯਾਰ ਕੋਈ ਗੱਲ ਨਹੀਂ, ਘੱਟੋ ਘੱਟ ਬੱਚਾ ਜਿਹੜਾ ਮਰਜ਼ੀ ਹੋ ਜਾਵੇ ਮੇਰੇ ਪਰਿਵਾਰ ਨੂੰ ਫਰਕ ਨਹੀਂ ਪੈਣਾ ਹੈਗਾ, ਹਨਾ। ਤਾਂ ਇਹਦੇ ਨਾਲ ਉਹਦੀ ਬਹੁਤ ਵੱਡੀ ਜਿਹੜੀ ਟੈਨਸ਼ਨ ਆ ਉਹ ਘਟ ਜਾਂਦੀ ਆ। ਪਰ ਜਦੋਂ 24 ਘੰਟੇ ਤੁਹਾਡੇ ਆਲੇ ਦੁਆਲੇ, ਮੈਂ ਕਹਿੰਦੀ ਇਕੱਲੇ ਪਰਿਵਾਰਕ ਮੈਂਬਰ ਨਹੀਂ, ਰਿਸ਼ਤੇਦਾਰ ਵੀ ਜੇ ਤੁਹਾਡਾ ਹਾਲ ਪੁੱਛਣ ਲਈ ਫੋਨ ਕਰਦੇ ਨੇਗੇ, ਹਨਾ। ਇੱਕ ਦਿਨ ਮੇਰਾ ਇੱਕ ਵੀਰਾ ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਮੈਨੂੰ ਪਤਾ ਤੈਨੂੰ ਫਰਕ ਤਾਂ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ ਵੀ, ਪਰ ਚਲੋ ਇਸ ਵਾਰੀ ਮਤਲਬ ਕਿ ਬॉय ਹੋਣਾ ਚਾਹੀਦਾ ਨਾ। ਮੈਨੂੰ ਕਿਹਾ ਵੀਰੇ ਜਦ ਤੈਨੂੰ ਪਤਾ ਮੈਨੂੰ ਫਰਕ ਨਹੀਂ ਪੈਂਦਾ ਹੈਗਾ, ਫਿਰ ਤੂੰ ਫਿਰ ਵੀ ਗੱਲ ਕਰੀ ਨਾ। ਮਤਲਬ ਮੈਂ ਹੱਸਦੀ ਸੀਗੀ ਉਹਨੂੰ, ਨਹੀਂ ਚੱਲ ਕਹਿੰਦੇ ਮਤਲਬ ਹੁੰਦਾ ਹੀ ਹੈ। ਮੈਂ ਕਿਹਾ ਵੀ ਮੈਨੂੰ ਪਤਾ ਹੁੰਦਾ ਆ, ਸਾਰਿਆਂ ਨੂੰ ਹੀ ਚਾਹੀਦਾ ਹੁੰਦਾ ਵੀ, ਪਰ ਇਹ ਚੀਜ਼ ਆਪਣੇ ਕੰਟਰੋਲ 'ਚ ਨਹੀਂ ਹੈਗੀ, ਹੈ ਨਾ। ਵੀ ਕਿਉਂਕਿ ਉਸ ਵੇਲੇ ਮਤਲਬ ਜਨਾਨੀ ਦੇ ਦਿਮਾਗ ਤੇ ਮੈਂਟਲੀ, ਇਮੋਸ਼ਨਲੀ ਬਹੁਤ ਹੋਰ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਈ ਵਾਰ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੀ ਵੀ ਮੇਰੇ ਦਿਮਾਗ 'ਚ ਕੀ ਥਾਟ ਚੱਲ ਰਹੇ ਨੇ। ਇੱਕ ਦਿਨ ਆਪਾਂ ਇੱਥੇ ਬੈਠੇ ਗੱਲਬਾਤ ਕਰ ਰਹੇ ਸੀਗੇ, ਮੈਂ ਉਹਦੇ ਵੀ ਇਹ ਗੱਲ ਕਹੀ ਸੀਗੀ ਕਿ ਜਦੋਂ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਸਭ ਤੋਂ ਵੱਡਾ ਫਿਕਰ ਇਹੀ ਹੁੰਦਾ ਕਿ ਮੇਰਾ ਬੱਚਾ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ। ਤਾਂ ਹਰਦੀਪ ਵੀਰੇ ਨੇ ਕਿਹਾ ਸੀ ਕਿ ਭੈਣੇ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਸੱਚੀ ਜਦੋਂ ਵੀ ਕੋਈ ਵੀ ਮਤਲਬ ਨਵਾਂ ਜੋੜਾ ਮਾਂ-ਬਾਪ ਬਣਨ ਬਾਰੇ ਸੋਚਦਾ ਤਾਂ ਪਹਿਲਾ ਖਿਆਲ ਉਹਨਾਂ ਦੇ ਦਿਮਾਗ 'ਚ ਇਹੀ ਆਉਂਦਾ ਆ ਕਿ ਸਾਡਾ ਬੱਚਾ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ। ਉਹਨਾਂ ਦੇ ਕਦੇ ਵੀ ਇਹ ਖਿਆਲ ਨਹੀਂ ਆਉਂਦਾ ਹੈਗਾ ਕਿ ਮੇਰੇ ਕੁੜੀ ਹੋਵੇ ਜਾਂ ਮੇਰੇ ਮੁੰਡਾ ਹੋਵੇ, ਹੈ ਨਾ। ਸੋ ਬਹੁਤ ਸਾਰੇ ਤੁਹਾਡੇ ਇੱਦਾਂ ਦੇ ਖਿਆਲ ਨੇ, ਤੁਹਾਡੇ ਬਹੁਤ ਸਾਰੇ ਥਾਟਸ ਇੱਦਾਂ ਦੇ ਨੇ ਜਿਹੜੇ ਤੁਸੀਂ ਕਿਸੇ ਨਾਲ ਸਾਂਝੇ ਵੀ ਨਹੀਂ ਕਰ ਸਕਦੇ ਹੈਗੇ, ਪਰ ਉਸ ਵੇਲੇ ਤੁਹਾਡੇ ਦਿਮਾਗ 'ਚ ਚੱਲਦੇ ਹੁੰਦੇ ਨੇ, ਹੈ ਨਾ। ਮੈਂ ਕਹਿੰਦੀ ਕਿ ਆਪਾਂ ਹੋਰ ਅਨਨੈਸੈਸਰੀ ਦੀਆਂ ਚੀਜ਼ਾਂ 'ਤੇ ਧਿਆਨ ਦੇਣ ਨਾਲੋਂ ਆਪਾਂ ਕਿਉਂ ਨਹੀਂ ਉਸ ਲੇਡੀ 'ਤੇ ਧਿਆਨ ਦਿੰਦੇ ਵੀ ਇਸ ਟਾਈਮ ਇਹ ਮੈਂਟਲੀ ਸਟੇਬਲ ਹੈਗੀ ਆ, ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਇਹ ਮਹਿਸੂਸ ਠੀਕ ਕਰ ਰਹੀ ਆ। ਕਿਤੇ ਇਹ ਨਾ ਹੋਵੇ ਵੀ ਸਾਨੂੰ ਇਹ ਹੱਸਦੀ ਦਿਸ ਰਹੀ ਆ ਪਰ ਇਹਦੇ ਦਿਮਾਗ 'ਚ ਕੁਝ ਹੋਰ ਚੀਜ਼ਾਂ ਚੱਲਦੀਆਂ ਹੋਣ। ਅਕਸਰ ਆਪਾਂ ਇਹ ਕਰਦੇ ਆ ਕਿ ਜਦੋਂ ਆਪਾਂ ਮੈਂਟਲੀ ਥੋੜੇ ਜਿਹਾ ਡਿਸਟਰਬ ਹੁੰਨੇ ਆਪਾਂ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਛੋਟੀ ਛੋਟੀ ਗੱਲ ਤੇ ਇਕੱਲੇ ਰੋਨੇ ਆ ਗੁਰਦੀਪ, ਦੇਖ ਲਓ। ਹਾਂ, ਆਪਾਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਵੀ ਮੈਨੂੰ ਠੀਕ ਨਹੀਂ ਫੀਲ ਹੋ ਰਿਹਾ ਹੈਗਾ, ਹਨਾ। ਜਿਵੇਂ ਪਹਿਲੀ ਵਾਰ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਹਾਨੂੰ ਕਿਉਂ ਫੀਲ ਹੋ ਰਿਹਾ ਵਾ, ਹਨਾ। ਚਲੋ ਹੁਣ ਸੈਕਿੰਡ ਟਾਈਮ ਤੁਸੀਂ ਇਹਨਾਂ ਚੀਜ਼ਾਂ ਲਈ ਥੋੜੇ ਪ੍ਰਪੇਅਰ ਹੋਣੇ ਵੀ ਯਾਰ ਉਦੋਂ ਵੀ ਮੈਨੂੰ ਇਹ ਚੀਜ਼ਾਂ ਮਹਿਸੂਸ ਹੋਈਆਂ ਸੀ। ਜਿਵੇਂ ਜੇ ਕਿਤੇ ਮੈਨੂੰ ਹੁਣ ਨਾ ਚੰਗਾ ਮਹਿਸੂਸ ਹੋਵੇ, ਮੈਂ ਆਪਣੀ ਭੈਣ ਨਾਲ ਗੱਲ ਕਰ ਲੈਂਦੀ ਹਾਂ, ਭਾਬੀ ਨਾਲ, ਜਾਂ ਆਪਣੇ ਹਸਬੈਂਡ ਨਾਲ ਗੱਲ ਕਰ ਲੈਂਦੀ ਕਿ ਮੈਨੂੰ ਨਾ ਲਾਸਟ ਟਾਈਮ ਵਾਂਗੂ ਹੀ ਥਾਟਸ ਆ ਰਹੇ ਨੇ। ਫਿਰ ਉਹ ਮੈਨੂੰ ਮਤਲਬ ਉਸ ਚੀਜ਼ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇਗੇ, ਜਾਂ ਫਿਰ ਮੈਂ ਖੁਦ ਹੀ ਆਪਣੇ ਆਪ ਨੂੰ ਇੰਨੀ ਚੀਜ਼ ਕਹਿ ਕੇ ਨਾ ਵੀ ਮੈਨੂੰ ਪਿਛਲੀ ਵਾਰ ਵਾਂਗੂ ਥਾਟਸ ਆ ਰਹੇ ਨੇਗੇ, ਹੈ ਨਾ। ਅਤੇ ਉਹ ਮੈਂ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹਾਂ ਉਹਦੇ ਤੋਂ। ਪਰ
ਜਿਹੜੀ ਲੇਡੀ ਤੋਂ ਸਾਨੂੰ ਐਕਸਪੈਕਟ ਹੁੰਦਾ ਕਿ ਇਹ ਸਾਨੂੰ ਬੱਚਾ ਦੇਵੇ ਹਨਾ, ਬਣਾ ਦਾਂਗੇ ਬੱਚਾ ਆਉਣ ਤੋਂ ਪਹਿਲਾਂ ਸਾਨੂੰ ਉਹਦੀ ਕਿੰਨੀ ਸੰਭਾਲ ਕਰਨੀ ਚਾਹੀਦੀ, ਇਹ ਤਾਂ ਅਸੀਂ ਜਮਾਂ ਹੀ ਭੁੱਲ ਜਾਂਦੇ ਹਾਂ। ਨਿਆਣਾ ਤਾਂ ਦੇਖੋ 9 ਮਹੀਨੇ ਬਾਅਦ ਆਉਣਾ ਹਨਾ, ਤੁਹਾਡਾ ਧਿਆਨ ਪਹਿਲੇ ਦਿਨ ਤੋਂ ਹੀ ਨਿਆਣੇ ਤੇ ਹੀ ਹੋ ਜਾਂਦਾ ਤੇ ਤੁਸੀਂ ਪਹਿਲੇ ਦਿਨ ਹੀ ਉਸ ਬੰਦੇ ਨੂੰ ਐਬਸੈਂਟ ਕਰ ਦਿੰਦੇ ਹੋ। ਨਹੀਂ, ਜੇ ਤੂੰ ਖਾਣਾ ਨਿਆਣੇ ਨੂੰ ਲੱਗਣਾ, ਸਹੀ ਗੱਲ, ਤੂੰ ਰੈਸਟ ਕਰ ਲੈ ਨਿਆਣੇ ਨੂੰ, ਮਤਲਬ ਨਿਆਣਾ ਸੌਖਾ ਰਹੂਗਾ ਹਨਾ। ਕੋਈ ਇਹ ਨਹੀਂ ਕਹਿੰਦਾ ਵੀ ਪਹਿਲਾਂ ਤੂੰ ਠੀਕ ਹੋਏਂਗੀ ਤਾਂ ਬੱਚਾ ਸਹੀ ਜਨਮ ਲਊਗਾ। ਬਿਲਕੁਲ ਨਹੀਂ ਕਰਦੀ ਪਈ, ਸੱਚੀ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਨੇ ਨਾ, ਜੇ ਆਪਾਂ ਸੋਚੀਏ ਕਿ ਗੱਲ ਕਰਨ ਨੂੰ ਬੜਾ ਸੌਖਾ ਜਿਹਾ ਲੱਗਦਾ ਵੀ ਅਸੀਂ ਇਸ ਟੌਪਿਕ ਤੇ ਗੱਲ ਕਰ ਰਹੇ ਹਾਂ ਕਿ ਤੁਸੀਂ ਪ੍ਰੈਗਨੈਂਟ ਲੇਡੀ ਨੂੰ ਮਾਹੌਲ ਕਿਵੇਂ ਦਾ ਦਿਓ ਹਨਾ, ਪਰ ਜੇ ਤੁਸੀਂ ਸੱਚੀ ਉਹ ਚੀਜ਼ਾਂ ਮਹਿਸੂਸ ਕਰਕੇ ਦੇਖੋ ਕਿ ਬੰਦੇ ਨੂੰ ਸੱਚੀ ਕਿਵੇਂ ਦਾ ਮਾਹੌਲ ਚਾਹੀਦਾ ਨਾ, ਤੁਸੀਂ ਸੋਚੋ ਕਿ ਸੱਚੀ ਅਸੀਂ ਜ਼ਿੰਦਗੀ 'ਚ ਕਦੀ ਕਿਸੇ ਨਾਲ ਐਵੇਂ ਕਰਕੇ ਲੰਘ ਆਉਂਦੇ ਹਾਂ ਤੇ ਸਾਨੂੰ ਪਤਾ ਨਹੀਂ ਲੱਗਦਾ ਹੈ ਨਾ। ਖਾਸ ਕਰਕੇ ਨਾ ਜਿਹੜੀਆਂ ਤੁਹਾਡੇ ਆਂਢ ਗੁਆਂਢ ਜਾਂ ਤੁਹਾਡੇ ਰਿਸ਼ਤੇਦਾਰਾਂ 'ਚ ਇਹੋ ਜਿਹੀਆਂ ਤੁਹਾਡੀਆਂ ਭਾਬੀਆਂ ਭਰਜਾਈਆਂ ਜਾਂ ਨਨਾਨਾ ਹੁੰਦੀਆਂ ਨੇ ਜਿਨ੍ਹਾਂ ਦੇ ਪਹਿਲਾਂ ਮੁੰਡਾ ਹੋਇਆ ਹੁੰਦਾ ਜਾਂ 2 ਮੁੰਡੇ ਹੁੰਦੇ ਨੇ ਕਿਸੇ ਦੇ ਨਾ, ਬਈ ਉਹ ਵੀ ਬਹੁਤ ਤੰਗ ਕਰਦੀਆਂ ਕੁੜੀ ਹੋਵੇ, ਮੈਂ ਕਹਿੰਦੀ ਉਹਨਾਂ ਨੂੰ ਫਰੂਟ ਕੱਟ ਕੇ ਲੂਣ ਉਹਦੇ ਤੇ ਨਹੀਂ ਇੰਨਾ ਚੰਗੀ ਤਰ੍ਹਾਂ ਧੂੜਨਾ ਹੁੰਦਾ ਜਿੰਨਾ ਤੁਹਾਡੇ ਤੇ ਧੂੜਦਾ ਬੰਦਾ ਨਾ। ਉਹ ਪਤਾ ਕੀ ਕਰੂ, ਤੁਹਾਨੂੰ 10 ਤਰ੍ਹਾਂ ਦੀਆਂ ਸਲਾਹਾਂ ਦਿੰਦਾ ਬੰਦਾ। ਅੱਛਾ ਤੁਸੀਂ ਕਿਸੇ ਟੈਸਟ ਕਰਵਾ ਕੇ ਦੇਖ ਲੈਣਾ ਸੀਗਾ, ਚਾਹੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਵੀ ਮੇਰੇ ਕੀ ਨਿਆਣਾ ਹੋਣਾ, ਪਰ ਉਹਨਾਂ ਨੂੰ ਬਹੁਤ ਪ੍ਰੋਬਲਮ ਰਹਿੰਦੀ ਆ ਤੇ ਕਦੇ ਕਦੇ ਨਾ ਸੁਣ ਕੇ ਆਪਣੇ ਤੇ ਵੀ ਅਸਰ ਹੋਣ ਲੱਗ ਜਾਂਦਾ ਉਸ ਚੀਜ਼ ਤੇ। ਮੈਂ ਤੁਹਾਨੂੰ ਇੱਕ ਆਪਣੀ ਛੋਟਾ ਜਿਹਾ ਤਜਰਬਾ ਦੱਸਦੀ ਹਾਂ। ਗੁਰਨੂਰ 5 ਸਾਲ ਦੀ ਸੀ ਜਦੋਂ ਮਹਿਤਾਬ ਹੋਇਆ ਨਾ, ਸਾਡੇ ਘਰ ਦੇ ਬਾਹਰ ਨਾ ਨਗਰ ਕੀਰਤਨ ਜਾਂਦਾ ਪਿਆ ਸੀਗਾ ਤੇ ਮਤਲਬ ਪਤਾ ਨਹੀਂ ਮੈਂ ਉਸ ਸਵੇਰੇ ਕਿਸੇ ਤੋਂ ਇਹੋ ਜਿਹੀਆਂ ਗੱਲਾਂ ਸੁਣੀਆਂ ਹੋਈਆਂ ਸੀ ਤੇ ਮੈਂ ਸੱਚੀ ਕਹਿ ਰਹੀ ਹਾਂ ਕਿ ਆਪਣੀ ਡਿਲੀਵਰੀ ਤੋਂ ਮਹੀਨਾ ਪਹਿਲਾਂ ਦੀ ਮੇਰੀ ਦੀ ਇਹ ਗੱਲ ਹੈ ਕਿ ਮੈਂ ਹੱਥ ਜੋੜ ਕੇ ਅਰਦਾਸ ਕੀਤੀ ਕਿ ਪ੍ਰਮਾਤਮਾ ਮੈਂ ਨਾ ਆਹ ਗੱਲਾਂ ਬਾਅਦ ਚੋਂ ਨਹੀਂ ਸੁਣ ਸਕਦੀ ਜਿਹੜੀਆਂ ਮੈਂ ਅੱਜ ਸੁਣੀਆਂ ਨੇ, ਕਿ ਤੂੰ ਰੱਬ ਕਰਕੇ ਮੈਨੂੰ ਇੱਕ ਮੁੰਡਾ ਹੀ ਦੇ ਦੇ ਹੈ ਨਾ। ਤੇ ਉਹ ਕਰਦੇ ਕਰਦੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ। ਮੈਨੂੰ ਉਦੋਂ ਮਹਿਸੂਸ ਹੋਇਆ ਵੀ ਯਾਰ ਅਸੀਂ ਆਪਣਾ ਬੱਚਾ ਪੈਦਾ ਕਰਨ ਵੇਲੇ ਵੀ ਬੇਵਸ ਹਾਂ, ਉਹ ਵੀ ਸਾਡੀ ਮਰਜ਼ੀ ਸਾਡੇ ਤੇ ਨਹੀਂ ਚੱਲ ਸਕਦੀ ਹੈ ਨਾ ਵੀ ਸਾਡੇ ਕੀ ਨਿਆਣਾ ਹੋਊਗਾ, ਤੇ ਲੋਕ ਤੈਅ ਕਰਨਗੇ ਵੀ ਉਹਨਾਂ ਨੂੰ ਸਾਡੇ ਕਿਹੜੇ ਨਿਆਣੇ ਦੀ ਖੁਸ਼ੀ ਹੋਊਗੀ ਹੈ ਨਾ। ਤੇ ਜਦੋਂ ਅਸੀਂ ਡਿਲੀਵਰੀ ਰੂਮ 'ਚ ਜਾਂਦੇ ਹਾਂ ਗੁਰਦੀਪ, ਜਿਵੇਂ ਤੁਸੀਂ ਕਿਹਾ ਸੱਚੀ ਤੁਸੀਂ ਆਪਣੇ ਪਹਿਲੇ ਨਿਆਣੇ ਦਾ ਮੂੰਹ ਦੇਖ ਰਹੇ ਹੁੰਦੇ ਹੋ ਕਿ ਇਹ ਕੀ ਮਹਿਸੂਸ ਕਰ ਰਿਹਾ ਕਿ ਮੇਰੀ ਮਾਂ ਕਿੱਥੇ ਗਈ ਹੈ ਨਾ। ਤੇ ਮੈਂ ਉੱਥੋਂ ਤੰਦਰੁਸਤ ਨਿਕਲ ਕੇ ਆਵਾਂ, ਕਿਉਂਕਿ ਆਪਾਂ ਸੱਚੀ ਇਹੋ ਜਿਹੀਆਂ ਕਿੰਨੀਆਂ ਘਟਨਾਵਾਂ ਸੁਣੀਆਂ ਹੁੰਦੀਆਂ ਨੇ ਕਿ ਮਨ ਆਪਣਾ ਵੈਸੇ ਹੀ ਡਰਿਆ ਹੁੰਦਾ ਬਹੁਤ ਜ਼ਿਆਦਾ ਹੈ ਨਾ। ਤੇ ਸੇਮ ਜਿਵੇਂ ਤੁਸੀਂ ਕਿਹਾ, ਮੇਰੀ ਭੈਣ ਮੇਰੀ ਡਿਲੀਵਰੀ ਰੂਮ ਦੇ ਬਾਹਰ ਸੀਗੀ ਹੈ ਨਾ, ਤੇ ਉਹਨੇ ਮੈਨੂੰ, ਮੈਂ ਗੁਰਨੂਰ ਦਾ ਹੱਥ ਫੜਿਆ ਹੋਇਆ, ਉਹਨੇ ਮੈਨੂੰ ਕਿਹਾ ਵੀ ਤੂੰ ਆਪਣਾ ਆਰਾਮ ਨਾਲ ਅੰਦਰ ਜਾ, ਮੈਂ ਇਹਨੂੰ ਪਿੰਡ ਲੈ ਜਾਊਂਗੀ ਹੈ ਨਾ। ਤੇ ਮੈਂ ਮਤਲਬ ਪੌਣੇ 1 ਘੰਟੇ ਬਾਅਦ ਮੇਰੀ ਡਿਲੀਵਰੀ ਹੋ ਗਈ ਤੇ ਡਾਕਟਰ ਨੇ ਮੈਨੂੰ ਨਹੀਂ ਦੱਸਿਆ ਕਿ ਤੁਹਾਡਾ ਬੱਚਾ ਕੀ ਆ ਨਾ। ਉਹ ਕਹਿੰਦੇ ਵੀ ਇੱਦਾਂ ਇਮੋਸ਼ਨਸ ਕਈ ਵਾਰ ਤੁਹਾਡੇ ਤੇ ਹਾਵੀ ਹੋ ਜਾਂਦੇ ਨੇ। ਤੇ ਮੈਨੂੰ ਨਹੀਂ ਸੀ ਪਤਾ, ਵਾਕਈ ਮੈਨੂੰ ਫਿਕਰ ਨਹੀਂ ਸੀ ਵੀ ਮੇਰੇ ਕੀ ਬੱਚਾ, ਮੈਨੂੰ ਐਸੀ ਵੀ ਮੇਰਾ ਪਹਿਲਾ ਬੱਚਾ ਕਿੱਥੇ ਆ ਹੈ ਨਾ। ਤੇ ਜਦੋਂ ਮੈਂ ਬਾਹਰ ਆਈ ਮੈਨੂੰ ਘਰਦਿਆਂ ਨੇ ਦੱਸਿਆ ਵੀ ਉਹ ਉਹਨੂੰ ਪਿੰਡ ਲੈ ਗਈ ਹੈ ਨਾ ਵਾਕਈ, ਤੇ ਮੈਨੂੰ ਐਂ ਲੱਗੇ ਵੀ ਮੇਰਾ ਨਿਆਣਾ 5 ਸਾਲ 'ਚ ਪਹਿਲੀ ਵਾਰ ਮੇਰੇ ਤੋਂ ਦੂਰ ਗਿਆ ਤੇ ਉਹ ਕੀ ਸੋਚਦਾ ਹੋਊਗਾ ਉੱਥੇ, ਕੀ ਸੋਚਦਾ ਹੋਊਗਾ, ਕੌਣ ਕੌਣ ਉਹਦੇ ਆਲੇ ਦੁਆਲੇ ਹੋਊਗਾ, ਕਿਹੋ ਜਿਹੀਆਂ ਉਹਦੇ ਨਾਲ ਗੱਲਾਂ ਹੋ ਰਹੀਆਂ ਹੋਣਗੀਆਂ। ਸਹੀ ਗੱਲ ਹੈ। ਤੇ ਕਿੰਨਾ ਮਤਲਬ ਆਪਾਂ ਇਹ ਚੀਜ਼ਾਂ ਅੱਜ ਕਿਸੇ ਨੂੰ ਦੱਸੀ, ਅਗਲਾ ਕਹਿੰਦਾ ਲੈ ਤੁਸੀਂ ਤਾਂ ਪਾਗਲ ਹੋ, ਕੋਈ ਬੇਵਕੂਫ ਹੀ ਐਵੇਂ ਸੋਚਦਾ, ਜ਼ਿਆਦਾ ਹੀ ਸੋਚਦੀ ਤੁਸੀਂ। ਜ਼ਿਆਦਾ ਕਹਿੰਦੀ ਨਹੀਂ, ਇਹ ਜ਼ਿਆਦਾ ਸੋਚਦੀ ਹੈਗੀ, ਇਹ ਸੱਚੀ ਉਸ ਵੇਲੇ ਤੁਹਾਡੇ ਹੱਥ ਵੱਸ ਨਹੀਂ ਹੁੰਦੀਆਂ ਚੀਜ਼ਾਂ ਨਾ। ਤਾਂ ਇਹੀ ਤਾਂ ਉਹ ਮੌਕਾ ਹੁੰਦਾ ਜਿੱਥੇ ਪਰਿਵਾਰ ਦੀ ਮੋਰਲ ਸਪੋਰਟ ਤੁਹਾਨੂੰ ਚਾਹੀਦੀ ਹੁੰਦੀ ਹੈ ਨਾ। ਬੱਚਾ ਹੋ ਗਿਆ, ਅਸੀਂ ਮੈਂ ਕਹਿੰਦੀ ਉਹ ਜਾਣੀ ਨੂੰ ਭੁੱਲ ਹੀ ਜਾਂਦੇ ਹਾਂ, ਉਸੇ ਵਕਤ ਉਹਨੂੰ ਮਾਈਨਸ ਹੀ ਕਰਦੇ, ਉਹਨੂੰ ਅਸੀਂ ਭੁੱਲ ਹੀ ਜਾਂਦੇ ਵੀ ਇਹਨੇ ਬੱਚਾ ਲੈ ਕੇ ਆਂਦਾ ਦੁਨੀਆ ਤੇ। ਉਹਨੂੰ ਛੱਡ ਕੇ ਅਸੀਂ, ਮੈਂ ਕਹਿੰਦੀ ਹਾਂ ਚਲੋ ਜੇ ਤਾਂ ਕੁੜੀ ਹੋ ਗਈ ਫਿਰ ਤਾਂ ਠੀਕ ਠਾਕ ਆ, ਜੇ ਮੁੰਡਾ ਹੋ ਗਿਆ ਫਿਰ ਤਾਂ ਅਸੀਂ ਜਮਾਂ ਹੀ ਭੁੱਲ ਕੇ ਉਹਨੂੰ, ਸਾਨੂੰ ਸਾਰੇ ਰਿਸ਼ਤੇਦਾਰ ਚੇਤੇ ਆਉਂਦੇ ਨੇ ਵੀ ਫਲਾਣੀ ਨੂੰ ਵੀ ਫੋਨ ਕਰ ਦਈਏ, ਧਮਕਾਣੀ ਨੂੰ ਵੀ ਫੋਨ ਕਰ ਦਈਏ, ਫਿਰ ਅਸੀਂ ਫੋਨ ਕਰ ਸੱਦਦੇ ਵੀ ਹਾਂ ਵੀ ਸਾਡਾ ਬੱਚਾ ਦੇਖਣ ਆਓ। ਤੁਸੀਂ ਇਹ ਨਹੀਂ ਦੇਖਦੇ ਵੀ ਉਹ ਲੇਡੀ ਜਿਹਨੇ 9 ਮਹੀਨੇ ਵੇਟ ਕੈਰੀ ਕੀਤਾ ਆ, 9 ਮਹੀਨੇ ਉਹਦੇ ਕਿੰਨੇ ਇਮੋਸ਼ਨਸ ਮਤਲਬ ਉੱਪਰ ਥੱਲੇ ਹੋਏ ਹੋਣਗੇ, ਹਾਰਮੋਨਸ ਕਿੰਨੇ ਉੱਪਰ ਥੱਲੇ ਹੋਏ ਹੋਣਗੇ, ਜਦੋਂ ਸਰਜਰੀ ਵੀ ਹੋਈ ਹੁੰਦੀ ਹੈ। ਮੈਂ ਕਹਿੰਦੀ ਨਾਰਮਲ ਡਿਲੀਵਰੀ ਦਾ ਵੀ ਦੁੱਖ ਘੱਟ ਨਹੀਂ ਹੁੰਦਾ ਹੈਗਾ ਹੈ ਨਾ। ਚਾਹੇ ਨਾਰਮਲ ਡਿਲੀਵਰੀ ਹੈ, ਚਾਹੇ ਤੁਹਾਡੀ ਸਰਜਰੀ ਹੋਈ ਆ, ਤਾਂ ਉਸ ਵਕਤ ਤੁਹਾਨੂੰ ਕਿੰਨੀ ਜ਼ਿਆਦਾ ਪ੍ਰਾਇੋਰਟੀ ਤੇ ਸੰਭਾਲ ਦੀ ਜ਼ਰੂਰਤ ਹੁੰਦੀ ਆ। ਬੱਚਾ ਹੋਣ ਤੋਂ ਬਾਅਦ ਸਾਨੂੰ ਐਂ ਲੱਗਦਾ ਹੁੰਦਾ ਵੀ ਜਿਵੇਂ ਉਹ ਨਹੀਂ ਹੁੰਦਾ ਵੀ ਡੱਬੇ 'ਚੋਂ ਮਠਿਆਈ ਆਈ ਸੀ, ਕੱਢ ਲਈ ਤੇ ਡੱਬਾ ਸੁੱਟ ਦੋ। ਬਿਲਕੁਲ ਸੀਰੀਅਸਲੀ, ਮੈਂ ਨਹੀਂ ਕਹਿੰਦੀ ਕੋਈ ਜਾਣ ਬੁੱਝ ਕੇ ਕਰਦਾ, ਪਰ ਇਹ ਜਾਣੇ ਅਣਜਾਣੇ 'ਚ ਆਪਾਂ ਪਰਿਵਾਰ ਗਲਤੀਆਂ ਕਰ ਜਾਂਦੇ ਆ ਹੈ ਨਾ। ਜਦੋਂ ਮੇਰੀ ਭਾਬੀ ਦੇ ਬੇਟਾ ਹੋਇਆ ਸੀਗਾ, ਤਾਂ ਜਦੋਂ ਅਸੀਂ ਅੰਦਰ ਗਏ ਹੈ ਨਾ, ਉਹਨਾਂ ਨੇ ਕਿਹਾ ਵੀ ਤੁਸੀਂ ਆ ਕੇ ਬੱਚਾ ਦੇਖ ਸਕਦੇ ਹੋ ਨਾ।
ਮੈਨੂੰ ਸੀਗਾ ਵੀ ਮੇਰਾ ਭਰਾ ਮੇਰੇ ਤੋਂ ਪਹਿਲਾਂ ਐਂਟਰ ਕੀਤਾ, ਮੈਨੂੰ ਸੀ ਮੈਂ ਕਿਹਾ ਰੱਬ ਕਰਕੇ ਪਹਿਲਾਂ ਭਾਬੀ ਕੋਲ ਜਾਵੇ, ਕਿਉਂਕਿ ਉਹਨਾਂ ਨੇ ਅਗਮ ਨੂੰ ਸਾਈਡ ਤੇ ਰੱਖਿਆ ਹੋਇਆ ਸੀਗਾ ਹਨਾ। ਤਾਂ ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਵੀ ਪਹਿਲਾਂ ਉਹ ਆਪਦਾ ਬੱਚਾ ਦੇਖਣ ਤੋਂ ਪਹਿਲਾਂ ਭਾਬੀ ਕੋਲ ਗਿਆ ਹਨਾ। ਮੈਨੂੰ ਉਦੋਂ ਸਕੂਨ ਆਇਆ ਵੀ ਸ਼ੁਕਰ ਵੀ ਠੀਕ ਹੋ ਗਿਆ ਹਨਾ। ਇਹ ਵੀ ਜੇ ਆਪਾਂ ਉਹਨੂੰ ਛੱਡ ਕੇ ਸਿੱਧਾ ਬੱਚੇ ਕੋਲ ਜਾਂਦੇ, ਉਹਦੇ ਮਨ ਤੇ ਕਿੰਨਾ ਅਸਰ ਹੋਣਾ ਸੀਗਾ ਸਹੀ ਹਨਾ। ਗੱਲ ਹੈ। ਠੀਕ ਆ, ਉਦੋਂ ਐਕਸਾਈਟਮੈਂਟ ਹੁੰਦੀ ਆ ਸਾਰਿਆਂ ਨੂੰ ਬੱਚਾ ਦੇਖਣ ਦੀ, ਉਹਨੂੰ ਚੱਕਣ ਦੀ ਹਨਾ, ਵੀ ਜਾਂ ਕਿਵੇਂ ਆ ਕਿਵੇਂ ਨਹੀਂ। ਪਰ ਮੈਨੂੰ ਲੱਗਦਾ ਘੱਟੋ ਘੱਟ ਜੇ ਤੁਸੀਂ ਪਹਿਲਾਂ ਉਸ ਜਨਾਨੀ ਨੂੰ ਪੁੱਛ ਲਓ ਵੀ ਤੂੰ ਠੀਕ ਆ, ਉਹਨੂੰ ਇੰਨੇ ਨਾਲ ਹੀ ਹੌਸਲਾ ਹੋ ਜਾਂਦਾ ਆ ਹਨਾ। ਰੈਦਰ ਦਿਨ ਆਪਾਂ ਲੱਭੀਏ ਬੱਚਾ ਦਿਖਾਓ ਬੱਚਾ ਦਿਖਾਓ ਹਨਾ। ਸਹੀ ਗੱਲ ਹੈ। ਉਹ ਸਾਨੂੰ ਮਠਿਆਈ ਦੇ ਡੱਬੇ ਵਾਲਾ ਨਹੀਂ ਮਹਿਸੂਸ ਹੋਣਾ ਚਾਹੀਦਾ। ਨਹੀਂ ਸੱਚੀ ਗੱਲ ਆ ਗੁਰਦੀਪ, ਦੇਖੋ ਆਪਾਂ ਨਾ ਘਰ 'ਚ ਮੈਨੂੰ ਲੱਗਦਾ ਜਿੰਨੀਆਂ ਫੀਮੇਲ ਨੇ ਉਹਨਾਂ ਨੂੰ ਚਾਹੀਦਾ ਕਿ ਹਾਂ ਬੰਦਾ ਜਦੋਂ ਕਹਿ ਰਿਹਾ ਕਿ ਮੈਨੂੰ ਆਰਾਮ ਦੀ ਜ਼ਰੂਰਤ ਹੈ ਨਾ, ਕੋਈ ਵੀ ਨੌਟੰਕੀ ਤਾਂ ਕਰਦਾ ਨਹੀਂ। ਤੁਸੀਂ ਜ਼ਬਰਦਸਤੀ ਇੱਕ ਦਿਨ ਵੀ ਤੁਹਾਨੂੰ ਬੈੱਡ ਤੇ ਲੇਟਣਾ ਪੈ ਜਾਏ, ਮੈਨੂੰ ਲੱਗਦਾ ਤੁਹਾਨੂੰ ਐ ਹੁੰਦਾ ਵੀ ਮੈਂ ਕਿਹੜੇ ਵੇਲੇ ਉੱਠ ਕੇ ਖੜਾ ਹੋ ਜਾ ਹਨਾ। ਕੋਈ ਨਾਟਕ ਕਰਦਾ ਹੈ ਕਿ ਮੈਂ ਐਵੇਂ 9 ਮਹੀਨੇ ਬੈੱਡ ਤੇ ਪਿਆ ਰਵਾਂ ਹਨਾ। ਜੇ ਸੱਚੀ ਕਿਸੇ ਦਾ ਸਰੀਰ ਨਹੀਂ ਠੀਕ ਮਹਿਸੂਸ ਕਰ ਰਿਹਾ, ਉਹਨੂੰ ਲੱਗਦਾ ਕਿ ਮੈਨੂੰ ਆਰਾਮ ਦੀ ਜ਼ਰੂਰਤ ਆ, ਉਹ ਘਰ 'ਚ ਹਰ ਫੀਮੇਲ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਮੈਂ ਵੀ ਇਸੇ ਟਾਈਮ 'ਚੋਂ ਲੰਘ ਕੇ ਆਈ ਹਾਂ, ਵਾਕਈ ਇਹਨੂੰ ਆਰਾਮ ਦੀ ਜ਼ਰੂਰਤ ਹੋ। ਜੇ ਤੁਸੀਂ ਕਹਿ ਰਹੇ ਹੋ ਕਿ ਛੋਟੀ ਛੋਟੀ ਗੱਲ ਤੇ ਬੰਦਾ ਚਿੜ ਰਿਹਾ, ਬੰਦਾ ਰੋ ਰਿਹਾ, ਤੁਸੀਂ ਮਹਿਸੂਸ ਕਰਕੇ ਤਾਂ ਦੇਖੋ, ਉਹਨੂੰ ਪੁੱਛ ਕੇ ਤਾਂ ਦੇਖੋ ਵੀ ਤੈਨੂੰ ਕੀ ਮਹਿਸੂਸ ਹੁੰਦਾ ਪਿਆ, ਤੂੰ ਕਿਉਂ ਰੋਣਾ। ਹੁਣ ਜਿਵੇਂ ਮੇਰੇ ਉੱਥੇ ਤਾਂ ਮਤਲਬ ਆਪਾਂ ਉਹਨੂੰ ਲੇਡੀ ਨੂੰ ਮਤਲਬ ਅੱਡ ਜਾ ਕੱਢ ਕੇ ਨਾ ਬਾਕੀ ਸਾਰਾ ਟੱਬਰ ਗਰੁੱਪ ਜਾ ਬਣਾ ਲੈਂਦਾ ਵੀ ਕਿਹਨੂੰ ਘੇਰ ਆ ਰਹੀ ਹੈ। ਸਹੀ ਗੱਲ ਹੈ। ਖਿਜੀ ਹੋਈ ਆ। ਤੇ ਜਿਵੇਂ ਮੇਰੇ ਤਾਂ ਨਾ ਪੇਰੈਂਟਸ 50 ਕਿਲੋਮੀਟਰ ਦੂਰ ਸੀਗੇ ਮੇਰੇ ਤੋਂ ਹਨਾ, ਵੀ ਜੇ ਕਦੀ ਮੈਨੂੰ ਐਵੇਂ ਲੱਗੂਗਾ ਵੀ ਮੈਂ ਉਹਨਾਂ ਕੋਲ ਜਾ ਸਕਦੀ ਸੀਗੀ। ਹੁਣ ਤੁਸੀਂ ਦੇਖੋ ਤੁਹਾਡੀ ਸਾਰੀ ਫੈਮਿਲੀ ਬਾਹਰ ਆ ਹਨਾ, ਆਪਾਂ ਕਹਿੰਦੇ ਹੁੰਦੇ ਵੀ ਯਾਰ 10 ਕਿਲੋਮੀਟਰ ਦੂਰ ਬੈਠੇ ਨੂੰ ਵੀ ਕੋਈ ਟੈਨਸ਼ਨ ਵਾਲੀ ਗੱਲ ਨਾ ਦੱਸੋ ਹਨਾ, ਵੀ ਉਹ ਭੱਜਿਆ ਆਊਗਾ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਕੁੜੀਆਂ ਲੁਕੋ ਲੈਂਦੀਆਂ ਨੇ, ਚਾਹੇ ਕਹਿਣ ਨੂੰ ਲੱਖ ਦਿਲ ਕਰੇ ਹਨਾ। ਬਿਲਕੁਲ ਹਾਂ। ਤੇ ਆਪਾਂ ਜਿੰਨੇ ਮਰਜ਼ੀ ਉਦਾਸ ਹੋਈਏ, ਇਸ ਇਹੋ ਜਿਹੀ ਸਿਚੁਏਸ਼ਨ 'ਚ ਵੀ ਹੋਈਏ, ਆਪਾਂ ਕਦੀ ਕਹਿੰਦੇ ਉਹਨਾਂ ਨੂੰ ਵੀ ਮੈਂ ਬਹੁਤ ਦੁਖੀ ਹਾਂ, ਆਪਾਂ ਉਹਨਾਂ ਨੂੰ ਵੈਸੇ ਕਵਾਂਗੇ ਬਹਾਨੇ ਨਾਲ, ਬਸ ਗੱਲ ਕਰਨ ਨੂੰ ਦਿਲ ਕਰਦਾ ਸੀ ਹਨਾ। ਤੇ ਉਹ ਆਪਾਂ ਇੱਕ ਫਾਰਮਲ ਜਿਹੀ ਗੱਲ ਕਰਕੇ ਆਪਾਂ ਰੱਖ ਦਿੰਦੇ ਹਾਂ, ਬਸ ਉਹਦੇ ਨਾਲ ਹੀ ਤੁਹਾਨੂੰ ਸਕੂਨ ਜਿਹਾ ਆ ਜਾਂਦਾ। ਤੇ ਜੇ ਸੱਚੀ ਕਿਸੇ ਦੀ ਫੈਮਿਲੀ ਦੂਰ ਆ, ਉਹਨੂੰ ਤਾਂ ਮੈਨੂੰ ਲੱਗਦਾ ਵੈਸੇ ਹੀ ਬਹੁਤ ਮਾਹੌਲ ਚੰਗਾ ਦੇਣਾ ਚਾਹੀਦਾ ਹਨਾ। ਇੱਕ ਹਸਬੈਂਡ ਨੂੰ ਵੀ ਚਾਹੀਦਾ ਵੀ ਜੇ ਇਹ ਮੇਰੇ ਲਈ ਇੰਨਾ ਕੁਛ ਕਰ ਰਹੀ ਆ, ਆਪਦਾ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਸਰੀਰ ਸੈਕਰੀਫਾਈਸ ਕਰਦੇ ਹੋ ਤੁਸੀਂ ਹਨਾ। ਹੁਣ ਤੋਂ ਆਪਣੀ 10 ਸਾਲ ਪਹਿਲਾਂ ਵਾਲੀ ਫੋਟੋ ਕੱਢ ਕੇ ਦੇਖ ਲਿਓ ਵੀ ਆਪਾਂ ਕੀ ਸੀਗੇ, ਤੇ ਨਾਲ ਆਪਦੇ ਘਰ ਵਾਲੇ ਦੀ ਵੀ ਕੱਢ ਕੇ ਦੇਖ ਲਿਓ, ਉਹ ਬਿਲਕੁਲ ਉਹ ਜਿਹਾ ਹੀ ਹੋਊਗਾ ਨਾ। ਤੇ ਤੁਸੀਂ ਦੇਖੋਗੇ ਕਿ ਮੈਂ 20 ਸਾਲ ਐਂ ਲੱਗਦਾ ਮੈਨੂੰ ਜਿਵੇਂ ਮੈਂ 20 ਸਾਲ ਬਦਲ ਗਈ ਹੋਵਾਂ ਨਾ। ਤੇ ਜੇ ਅਸੀਂ ਕਿਸੇ ਲਈ ਇੰਨਾ ਕੁਛ ਕਰ ਰਹੇ ਹਾਂ, ਮੈਨੂੰ ਲੱਗਦਾ ਕਿ ਉਹਦੀ ਤਾਂ ਉਸ ਤੋਂ ਵੀ ਵੱਡੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਜੇ ਮੈਂ ਤੇਰੇ ਸਰੀਰ ਦਾ ਦੁੱਖ ਨਹੀਂ ਘਟਾ ਸਕਦਾ, ਕਮ ਸੇ ਕਮ ਤੈਨੂੰ ਮਾਨਸਿਕ ਤੌਰ ਤੇ ਇੱਦਾਂ ਰੱਖਾਂ ਕਿ ਹਾਂ ਤੂੰ ਫੀਲ ਕਰੇ ਕਿ ਇਹ ਸਾਡੀ ਦੋਨਾਂ ਦੀ ਚੀਜ਼ ਆ ਜਾਂ ਸਾਡੀ ਦੋਨਾਂ ਦੀ ਇੱਛਾ ਹੈ ਨਾ। ਪਰ ਸਾਡੇ ਉਹ ਕਰਦੇ ਹੀ ਨਹੀਂ ਹੈਗੇ। ਸਾਡੇ ਐਂ ਹੁੰਦਾ ਕਿ ਬਸ ਜਦੋਂ ਨਿਆਣਾ ਆਊਗਾ ਬਾਹਰ, ਉਦੋਂ ਪਿਓ ਨੇ ਚੁੱਕਣਾ, ਉਦੋਂ ਮੈਂਬਰ ਲੱਭਣ ਲੱਗ ਜਾਣਗੇ, ਸਭ ਤੋਂ ਵਧੀਆ ਗੁੜਤੀ ਕੌਣ ਦੇਊਗਾ, ਅੰਦਰਲੇ ਨੂੰ ਕੋਈ ਪੁੱਛ ਨਹੀਂ ਰਿਹਾ ਹੁੰਦਾ ਨਾ। ਜਿਵੇਂ ਡਾਕਟਰ ਮਮਤਾ ਕਹਿੰਦੇ ਵੀ ਕਿਸੇ ਦੇ 5 ਸਟਿਚਸ ਵੀ ਲੱਗ ਜਾਣ ਨਾ, ਕਹਿੰਦੇ ਮਾਂ ਪਿਓ ਜ਼ੋਰ ਲਾ ਦਿੰਦੇ ਆ ਵੀ ਇਹਨੂੰ ਛੇਤੀ ਕੋਈ ਜਾ ਕੇ ਮਿਲੇ ਨਾ, ਇਹ ਜ਼ਿਆਦਾ ਬੋਲੇ ਨਾ, ਇਹਦੇ ਇੰਨੀ ਬਲੀਡਿੰਗ ਹੋ ਗਈ, ਇਹਨੂੰ ਡਿਸਟਰਬ ਨਾ ਕਰੋ। ਕਹਿੰਦੇ ਜਿਹਨੇ ਲੀਟਰਾਂ ਦੇ ਹਿਸਾਬ ਨਾਲ ਖੂਨ ਬਹਾਇਆ ਹੁੰਦਾ ਤੇ ਇੱਕ ਬੱਚੇ ਨੂੰ ਇੱਕ ਮਤਲਬ ਇੱਕ ਜ਼ਿੰਦਗੀ ਨੂੰ ਜਨਮ ਦੇਣਾ, ਕਹਿੰਦੇ ਰੱਬ ਵਰਗਾ ਹੁੰਦਾ, ਜਿਵੇਂ ਰੱਬ ਕਿਸੇ ਨੂੰ ਪੈਦਾ ਕਰਦਾ ਹੈ ਨਾ। ਤੇ ਕਹਿੰਦੇ ਉਹਦੇ ਸਰਾਣੇ ਤੁਸੀਂ ਬੈਠ ਕੇ ਇੰਨੀ ਗੱਪਸ਼ਪ ਕਰ ਰਹੇ ਹੋ, ਫਿਰ ਜੇ ਤੁਹਾਡੀ ਇੱਛਾ ਦਾ ਬੱਚਾ ਨਹੀਂ ਹੋਇਆ, ਉਹ ਵੀ ਤੁਸੀਂ ਉਹਨੂੰ ਉਸੇ ਵਕਤ ਸੁਣਾ ਰਹੇ ਹੋ ਹੈ ਨਾ। ਤੁਸੀਂ ਉਹਨੂੰ ਮੂੰਹ ਬਣਾ ਬਣਾ ਕੇ ਦਿਖਾ ਰਹੇ ਹੋ ਕਿ ਅਸੀਂ ਇਹਦੇ 'ਚ ਖੁਸ਼ ਨਹੀਂ, ਫਿਰ ਤੁਹਾਡੇ ਰਿਸ਼ਤੇਦਾਰ ਆ ਕੇ ਉੱਤੋਂ ਵੱਖਰਾ ਅਫਸੋਸ ਜਤਾ ਰਹੇ ਨੇ। ਤੇ ਕਹਿੰਦੇ ਵੀ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਉਹਦੇ ਨਾਲ ਤੁਸੀਂ ਕਿੱਡਾ ਵੱਡਾ ਧੱਕਾ ਕਰਦੇ ਹੋ। ਕਿਸੇ ਦੇ ਸਿਰ ਪੀੜ ਹੋਵੇ, ਕਹਿੰਦੇ ਆਪਾਂ ਉਹਦੇ ਨਾਲ ਨੈਗੇਟਿਵ ਗੱਲ ਨਹੀਂ ਕਰਦੇ ਵੀ ਕਿਤੇ ਇਹਦੇ 'ਚ ਜ਼ਿਆਦਾ ਨਾ ਹੋਣ ਲੱਗ ਜਾਵੇ। ਤੇ ਉੱਥੇ ਜਾ ਕੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੀਆਂ ਗੱਲਾਂ ਹੋਣੀਆਂ ਕਿਹੋ ਜਿਹੀਆਂ ਚਾਹੀਦੀਆਂ ਨੇ। ਤੇ ਕਿੰਨਾ ਧੱਕਾ, ਮੈਨੂੰ ਲੱਗਦਾ ਵੀ ਆਪਣੇ ਵਰਗਾ ਉਦੋਂ ਕਹਿ ਵੀ ਨਹੀਂ ਸਕਦਾ ਹੁੰਦਾ ਵੀ ਯਾਰ ਚੁੱਪ ਕਰ ਜਾਓ ਹੈ ਨਾ। ਨਹੀਂ ਸਹੀ ਗੱਲ ਆ। ਇਹ ਪਤਾ ਨਹੀਂ ਤਾਂ ਇਹਨਾਂ ਚੀਜ਼ਾਂ ਤੇ ਗੱਲ ਨਹੀਂ ਹੋਈ, ਮਤਲਬ ਗੱਲ ਆਪਾਂ ਘੱਟ ਕਰਦੇ ਹਾਂ, ਜਾਂ ਸ਼ੁਰੂ ਤੋਂ ਸਾਨੂੰ ਵੀ ਇਹ ਲੱਗਦਾ ਵੀ ਜੋ ਸ਼ੁਰੂ ਤੋਂ ਮੇਰੇ ਨਾਲ ਹੋਇਆ ਜਾਂ ਜਿਵੇਂ ਦਾ ਸਾਡਾ ਟਾਈਮ ਸੀਗਾ ਉਵੇਂ ਹੋਣਾ ਚਾਹੀਦਾ। ਪਤਾ ਨਹੀਂ ਤਾਂ ਇਹ ਕਹਿ ਲਓ ਵੀ ਪਿੱਛੋਂ ਹੀ ਇਹ ਚੀਜ਼ਾਂ ਤੁਰੀਆਂ ਆ ਰਹੀਆਂ ਨੇਗੀਆਂ ਕਿ ਮਤਲਬ ਪ੍ਰੈਗਨੈਂਸੀ 'ਚ ਸਿਰਫ ਇੰਨਾ ਜ਼ਰੂਰੀ ਮੰਨਿਆ ਜਾਂਦਾ ਕਿ ਤੂੰ ਖਾ ਪੀ ਵਧੀਆ ਹੈ ਨਾ। ਖਾਣ ਪੀਣ ਤੋਂ ਇਲਾਵਾ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਚੀਜ਼ ਬਾਰੇ ਦੱਸਿਆ ਹੀ ਨਹੀਂ ਜਾਂਦਾ ਕਿ ਇਹਦਾ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਆ, ਜਾਂ ਪਰਿਵਾਰਕ ਮੈਂਬਰ ਨਹੀਂ ਮਹਿਸੂਸ ਕਰਦੇ ਹੈਗੇ ਕਿ ਠੀਕ ਆ ਪ੍ਰੈਗਨੈਂਸੀ ਉਹ ਆ, ਪ੍ਰੈਗਨੈਂਟ ਉਹ ਆ, ਪਰ ਉਹਦੇ ਨਾਲ ਨਾਲ ਸਾਡੀਆਂ ਵੀ ਕੁਝ ਰੂਟੀਨਸ ਨੇ ਜਿਹੜੀਆਂ ਬਦਲ ਜਾਣੀਆਂ ਚਾਹੀਦੀਆਂ ਨੇ। ਜਿੰਨੀ ਦੇਰ ਤੱਕ ਆਪਾਂ ਲੇਬਰ ਰੂਮ 'ਚ ਜਾ ਕੇ ਪੈਂਦੇ ਨਹੀਂ, ਪਰਿਵਾਰ ਦਾ ਕੋਈ ਮੈਂਬਰ ਆਪਣੀ ਰੂਟੀਨ ਨਹੀਂ ਬਦਲਦਾ ਹੈਗਾ ਹੈ ਨਾ। ਆਪਾਂ ਇਹ ਸੋਚਦੇ ਹੀ ਨਹੀਂ ਹੈਗੇ ਕਿ ਆਪਾਂ ਦਿਨ ਦੇ ਵਿੱਚੋਂ ਘੱਟੋ ਘੱਟ ਘੰਟਾ 2 ਘੰਟੇ ਉਸ ਜਨਾਨੀ ਨੂੰ ਦੇ ਦਈਏ ਵੀ ਤੈਨੂੰ ਕਹਿ ਰਹੀ ਹੈ ਵੀ
ਤੂੰ ਭਾਵੇਂ ਆਪਣਾ ਕੋਈ ਐਕਸਰਸਾਈਜ਼ ਕਰ ਲਾ, ਕੋਈ ਤੂੰ ਆਪਣੀ ਬੁੱਕ ਰੀਡ ਕਰ ਲਾ, ਜਾਂ ਤੂੰ ਆਪਣੇ ਲਈ ਟਾਈਮ ਕੱਢ ਲਾ, ਜਾਂ ਤੂੰ ਆਰਾਮ ਕਰ ਲਾ, ਜਾਂ ਤੂੰ ਸੌਂ ਜਾ ਨਾ। ਸਾਰੇ ਇਹੀ ਐਕਸਪੈਕਟ ਕਰਦੇ ਰਹਿੰਦੇ ਨੇ, ਜਿੰਨਾ ਟਾਈਮ ਆਪਣੀ ਮਰਜ਼ੀ ਨਾਲ ਤੁਰੀ ਫਿਰਦੀ ਆ ਤਾਂ ਤੁਰੀ ਫਿਰਨ ਦੋ, ਸਹੀ ਗੱਲ। ਤੁਰੀ ਫਿਰੀ ਜਾਣ ਦੋ। ਆਪਾਂ ਕਿਸੇ ਕੰਮ ਲਈ ਨਹੀਂ ਉਹਨੂੰ ਕਹਿੰਦੇ ਹੈਗੇ ਹਨਾ ਕਿ ਤੂੰ ਨਾ ਕਰ ਇਹ, ਜਾਂ ਗਰਮੀ ਆ, ਜਾਂ ਤੂੰ ਆਹ ਚੀਜ਼ ਛੱਡ ਦੇ ਹਨਾ। ਤਾਂ ਉੱਥੇ ਇੱਕ ਵਾਰੀ ਆਪਾਂ ਅੱਗੇ ਵੀ ਕਿਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਜਦੋਂ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਮਤਲਬ ਉਹਦੀ ਸੱਸ ਨੂੰ ਕਹਿ ਲਓ ਜਾਂ ਫਿਰ ਉਸ ਕੁੜੀ ਨੂੰ ਸਾਰੇ ਇਹੀ ਸਲਾਹ ਦੇਈ ਜਾਣਗੇ ਵੀ ਤੂੰ ਕੰਮ ਨਾ ਕਰਿਆ ਕਰ। ਸੱਸ ਨੂੰ ਕਹਿਣਗੇ ਜਿੰਨਾ ਕਰਦੀ ਉਹਨਾਂ ਕਰ ਲੈਣ ਦਿਆ ਕਰੋ ਹਨਾ। ਕੋਈ ਇਹ ਨਹੀਂ ਕਹਿੰਦਾ ਹੈਗਾ ਵੀ ਜਿੰਨਾ ਤੇਰਾ ਦਿਲ ਕਰਦਾ ਕਰ ਲਾ, ਵੀ ਤੈਨੂੰ ਮਜਬੂਰੀ ਨਹੀਂ ਆ ਕਿਸੇ ਗੱਲ ਦੀ ਹਨਾ। ਫਿਰ ਚਾਹੇ ਬੰਦੇ ਦਾ ਦਿਲ ਕਰੇ ਚਾਹੇ ਨਾ ਕਰੇ, ਬੰਦਾ ਤਾਂ ਵੀ ਕਰ ਲੈਂਦਾ ਆ ਕਿ ਯਾਰ ਨਹੀਂ ਘੱਟੋ ਘੱਟ ਮੇਰੇ ਬਾਰੇ ਸੋਚਦੇ ਤਾਂ ਹੈਗੇ ਨੇ ਹਨਾ। ਪਰ ਆਪਾਂ ਨੂੰ ਇਹ ਨਾ ਵੀ ਜਿਹੜੀਆਂ ਪਿੱਛੋਂ ਰਟੀਆਂ ਰਟਾਈਆਂ ਸਟੀਰੀਓਟਾਈਪ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਕਿ ਇੰਨਾ ਮੈਂ ਜ਼ਰੂਰ ਮੰਨਦੀ ਹਾਂ ਕਿ ਇਹ ਮੈਂ ਸੱਚੀ ਕਹੂੰਗੀ ਕਿ ਇਹ ਤੁਹਾਡੀ ਆਪਣੀ ਹੈਲਥ, ਤੁਹਾਡੀ ਫਿਜ਼ੀਕਲ ਤੇ ਤੁਹਾਡੀ ਮੈਂਟਲ ਹੈਲਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਤੁਸੀਂ ਐਕਟਿਵ ਰਹੋ ਹਨਾ। ਮੈਨੂੰ ਆਪਣੀ ਜੌਬ ਇਸ ਕਰਕੇ ਵੀ ਚੰਗੀ ਲੱਗਦੀ ਆ ਕਿ ਇਹਨੇ ਮਤਲਬ ਟਾਈਮ ਨੂੰ ਬਹੁਤ ਸੌਖਾ ਤੇ ਸੋਹਣੇ ਤਰੀਕੇ ਦੇ ਨਾਲ ਲੰਘਾਇਆ ਵਾ ਹਨਾ। ਆਪਾਂ ਐਕਟਿਵ ਰਹਿੰਦੇ ਆ। 2 ਦਿਨ ਮੈਂ ਲਗਾਤਾਰ ਪਿੱਛੇ ਜੇ ਕਰ ਰਹੀ, ਮੈਨੂੰ ਐਂ ਲੱਗਣ ਲੱਗਾ ਮੈਂ ਬਿਮਾਰ ਹਾਂ, ਮੈਨੂੰ ਹੁਣੇ ਕੁਝ ਹੋ ਜਾਊਗਾ ਹਨਾ। ਪਰ ਜਦੋਂ ਤੁਸੀਂ ਘਰ ਤੋਂ ਬਾਹਰ ਆਉਂਦੇ ਹੋ, ਤੁਸੀਂ ਐਕਟਿਵ ਰਹਿੰਦੇ ਹੋ, ਤੁਸੀਂ ਕੋਈ ਆਪਣਾ ਕੰਮ ਕਰਦੇ ਹੋ, ਤੁਸੀਂ ਕੋਈ ਹੋਰ ਪ੍ਰੋਡਕਟਿਵ ਗੱਲਾਂ ਕਰਦੇ ਹੋ, ਤੁਸੀਂ ਕੋਈ ਕੰਮ ਕਰਦੇ ਹੋ ਨਾ, ਤਾਂ ਤੁਹਾਨੂੰ ਚੰਗਾ ਮਹਿਸੂਸ ਹੁੰਦਾ। ਤਾਂ ਥੋੜੇ ਟਾਈਮ ਲਈ ਤੁਹਾਡਾ ਧਿਆਨ ਵੀ ਉਧਰੋਂ ਹਟ ਜਾਂਦਾ ਹੈਗਾ ਕਿ ਹਾਏ ਹਾਏ ਮੈਂ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਣਾ ਆ ਹਨਾ। ਐਕਟਿਵ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਜਿੰਨਾ ਐਕਟਿਵ ਰਹਿ ਸਕਦੇ ਹੋ, ਮਤਲਬ ਆਪਣੇ ਸਰੀਰ ਨੂੰ ਪੁਸ਼ ਕੀਤੇ ਬਿਨਾ ਸਾਨੂੰ ਓਨਾ ਐਕਟਿਵ ਰਹਿਣਾ ਚਾਹੀਦਾ ਆ। ਧੱਕਾ ਨਾ ਕਰੋ ਪਰ ਸਰੀਰ ਦੇ ਨਾਲ, ਆਪਣੇ ਸਰੀਰ ਦੀ ਗੱਲ ਨੂੰ ਸੁਣੋ ਵੀ ਉਹ ਕੀ ਕਹਿੰਦਾ ਆ, ਵੀ ਇਸ ਟਾਈਮ ਮੈਨੂੰ ਆਰਾਮ ਦੀ ਜ਼ਰੂਰਤ ਆ ਜਾਂ ਇਸ ਟਾਈਮ ਮੈਨੂੰ ਐਕਟਿਵ ਹੋਣ ਦੀ ਜ਼ਰੂਰਤ ਆ। ਤੁਸੀਂ ਜਿਵੇਂ ਮੈਂ ਕਿਹਾ ਉਹ 2 ਘੰਟਿਆਂ ਦੇ ਵਿੱਚ ਉਹ ਵਾਕ ਲਈ ਵੀ ਘੰਟਾ ਕੱਢ ਸਕਦੀ ਆ, ਕੁਝ ਪੜ੍ਹ ਵੀ ਸਕਦੀ ਆ, ਕੁਝ ਆਪਣੇ ਮਨਪਸੰਦ ਦਾ ਦੇਖ ਵੀ ਸਕਦੀ ਆ। ਪਰ ਆਪਾਂ ਉਨੀ ਦੇਰ ਤੱਕ ਪਰਿਵਾਰਕ ਮੈਂਬਰ ਆਪਣੀ ਰੂਟੀਨ ਨਹੀਂ ਬਦਲਦੇ ਜਿੰਨੀ ਦੇਰ ਤੱਕ ਮਤਲਬ ਕਿ ਉਹ ਬੱਚੇ ਨੂੰ ਜਨਮ ਦੇ ਨਹੀਂ ਦਿੰਦੀ। ਬੱਚੇ ਦੇ ਜਨਮ ਦੇ ਹੋਣ ਤੋਂ ਬਾਅਦ ਵੀ ਆਪਾਂ ਇਹੀ ਉਡੀਕ ਕਰੀ ਜਾਂਦੇ ਚੱਲ ਜੇ ਸਰਜਰੀ ਹੋਈ ਹੈ ਚੱਲ ਮਹੀਨੇ ਨੂੰ ਤਾਂ ਇਹਨੇ ਆਪੇ ਸਾਰਾ ਕਰਨ ਲੱਗ ਜਾਣਾ ਹਨਾ। ਜੇ ਨਾਰਮਲ ਡਿਲੀਵਰੀ ਹੋਈ ਆ ਉਹਦੇ 'ਚ ਤਾਂ ਆਪਾਂ ਮੰਨਦੇ ਹੀ ਨਹੀਂ ਹੈਗੇ ਵੀ ਇਹਨੂੰ ਰੈਸਟ ਦੀ ਜ਼ਰੂਰਤ ਹੁੰਦੀ ਆ ਹਨਾ। ਜਿਵੇਂ ਮੇਰੀ ਭਾਬੀ ਦੀ ਜਦੋਂ ਡਿਲੀਵਰੀ ਹੋਈ ਸੀਗੀ ਤਾਂ ਉਹ ਜਿਵੇਂ ਘਰ ਆਉਣ ਸਾਰੀ ਸਾਡੇ ਜਿਵੇਂ ਕਿਚਨ ਦੇ 2 ਸਟੈਪ ਨੇਗੇ ਹਨਾ। ਤਾਂ ਮੰਮੀ ਨੇ ਉਹਨਾਂ ਨੂੰ ਟੋਕਿਆ ਕਿ ਹਾਲੇ ਤੈਨੂੰ ਪਤਾ ਨਹੀਂ ਲੱਗਦਾ, ਇਹਨਾਂ ਚੀਜ਼ਾਂ ਦਾ ਤੈਨੂੰ ਬਾਅਦ ਚੋਂ ਪਤਾ ਲੱਗੂਗਾ ਵੀ ਚਾਹੇ ਨਾਰਮਲ ਡਿਲੀਵਰੀ ਵੀ ਆ ਵੀ ਪਰ ਤੁਹਾਨੂੰ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਇਸ ਟਾਈਮ ਹਨਾ। ਤੁਹਾਡੀ ਪੂਰੀ ਸਰੀਰ ਆ ਜਿਹੜੀ ਉਹ ਇੰਨੀ ਜ਼ਿਆਦਾ ਨਰਮ ਹੋਈ ਹੁੰਦੀ ਆ ਵੀ ਇਸ ਟਾਈਮ ਚਾਹੇ ਤੁਹਾਡੀ ਨਾਰਮਲ ਡਿਲੀਵਰੀ ਆ ਚਾਹੇ ਤੁਹਾਡੀ ਸਰਜਰੀ ਆ, ਤੁਹਾਨੂੰ ਆਪਣਾ ਖਿਆਲ ਲੰਬੇ ਸਮੇਂ ਤੱਕ ਜ਼ਰੂਰ ਰੱਖਣਾ ਚਾਹੀਦਾ ਵਾ ਹਨਾ। ਹੁਣ ਦੇਖੋ ਗੁਰਦੀਪ, ਇਹ ਕੀ ਸੌਖੀ ਚੀਜ਼ ਤਾਂ ਨਹੀਂ ਹੈਗੀ ਹਨਾ। ਗੁਰਵਿੰਦਰ ਦੇ ਨਾ ਇੱਕ ਦੋਸਤ ਨੇ, ਉਹ ਆਂਟੀ ਜਦੋਂ ਮੇਰੀ ਪਹਿਲੀ ਡਿਲੀਵਰੀ ਸੀ ਸਾਡੇ ਘਰੇ ਉਹ 3-4 ਦਿਨ ਰਹੇ ਹਨਾ। ਤਾਂ ਉਹਨਾਂ ਨੇ ਮੈਨੂੰ ਮਤਲਬ ਹਾਸੇ 'ਚ ਇੱਕ ਗੱਲ ਕਹੀ, ਉਹ ਕਹਿੰਦੇ ਬੇਟਾ ਬੱਚੇ ਇੰਨੇ ਹੀ ਔਖੇ ਹੁੰਦੇ ਨੇ, ਕੰਨਾਂ ਨਾਲੋਂ ਨਹੀਂ ਤੋੜਨੇ ਆਪਾਂ ਹਨਾ। ਵੀ ਮਤਲਬ ਬੜੀ ਮੈਨੂੰ ਗੱਲ ਚੰਗੀ ਲੱਗੀ ਉਹਨਾਂ ਦੀ, ਕਿਉਂਕਿ ਬੰਦਾ ਉਸ ਦੌਰ 'ਚੋਂ ਲੰਘਿਆ ਹੁੰਦਾ ਹਨਾ। ਤੇ ਜਿਵੇਂ ਤੁਸੀਂ ਕਿਹਾ ਕਿ ਆਪਣੇ ਨਾ ਸੱਟ ਲੱਗੇ, ਆਪਣੇ ਘਰ ਦੇ ਕਹਿੰਦੇ ਹੁੰਦੇ ਹਾਲੇ ਤੱਤੇ ਕਾ ਤੈਨੂੰ ਪਤਾ ਨਹੀਂ ਲੱਗ ਰਿਹਾ ਹਨਾ। ਸੇਮ ਇਹੀ ਚੀਜ਼ ਹੁੰਦੀ, ਆਪਾਂ ਨੂੰ ਉਦੋਂ ਲੱਗਦਾ ਹੀ ਹੁੰਦਾ ਵੀ ਹਾਏ ਹੁਣ ਮੈਂ ਖਾਲੀ ਜਿਹਾ ਹੀ ਹੋ ਗਿਆ, ਹੁਣ ਤਾਂ ਮੈਂ ਹੁਣੇ ਉੱਠ ਕੇ ਤੁਰ ਪਊ। ਪਰ ਬਾਅਦ ਚੋਂ ਇਹ ਚੀਜ਼ਾਂ ਕਿੰਨੀਆਂ ਤਕਲੀਫ ਦਿੰਦੀਆਂ ਨੇ ਤੁਹਾਨੂੰ ਐਂ ਲੱਗੀ ਜਾਊਗਾ ਕਿ 2 ਸਾਲ ਤਾਂ ਤੁਹਾਡਾ ਲੱਕ ਹੀ ਨਹੀਂ ਸੂਤਰ ਆਉਂਦਾ ਹਨਾ। ਸਿਰ ਪੀੜ ਰਹਿਣ ਲੱਗ ਜਾਂਦੀ ਹੈ, ਕਿੰਨੀ ਛੇਤੀ ਅਸੀਂ ਥੱਕਣ ਲੱਗ ਜਾਂਦੇ ਹਾਂ। ਪਰ ਉਦੋਂ ਅਸੀਂ ਸ਼ਰਮ ਦੇ ਮਾਰੇ ਨਹੀਂ ਕਹਿੰਦੇ ਹੁੰਦੇ ਕਿ ਹਾਲੇ ਮੇਰਾ ਸਰੀਰ ਨਹੀਂ ਇਜਾਜ਼ਤ ਦਿੰਦਾ ਮੈਂ ਜਾ ਕੇ ਕੰਮ ਲੱਗਾ ਹਨਾ। ਮੈਨੂੰ ਲੱਗਦਾ ਕਿ ਹਜੇ ਪ੍ਰੈਗਨੈਂਸੀ ਤਾਂ ਗੁਰਦੀਪ ਉਨਾ ਔਖਾ ਮੁੱਦਾ ਹੀ ਨਹੀਂ ਹੈਗਾ। ਸਾਰੇ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਵੇਂ ਹੀ ਬੱਚਾ ਹੋ ਗਿਆ ਇਹਨੂੰ ਘੱਟੋ ਘੱਟ 2 ਸਾਲ ਨਹੀਂ ਰੈਸਟ ਮਿਲਣੀ ਚੱਜ ਨਾਲ ਹਨਾ। ਇਹਨੇ ਦਿਨੇ ਵੀ ਨਿਆਣਾ ਸੰਭਾਲਣਾ, 4-5 ਮਹੀਨੇ ਤੱਕ ਤੁਹਾਡੇ ਨਿਆਣੇ ਦਾ ਸੌਣ ਬਹਿਣ ਹੀ ਨਹੀਂ ਸੂਤਰ ਆਉਂਦਾ ਰਾਤ ਨੂੰ ਹਨਾ। ਮਾਮਾ ਡਿਪਰੈਸ਼ਨ 'ਚ ਕਿਉਂ ਜਾਂਦੀ ਕਿਉਂਕਿ ਨੀਂਦ ਪੂਰੀ ਨਹੀਂ ਹੁੰਦੀ ਹਨਾ। ਤੇ ਆਪਣੇ ਲਈ ਜਮਾਂ ਹੀ ਟਾਈਮ ਨਹੀਂ ਹੁੰਦਾ। ਤੁਸੀਂ ਪੁੱਛ ਕੇ ਦੇਖਿਓ ਵੀ ਜਿਹੜੀਆਂ ਕੁੜੀਆਂ ਮਹੀਨੇ 'ਚ 2 ਵਾਰ ਸੈਲੂਨ ਜਾਂਦੀਆਂ ਉਹਨਾਂ ਨੂੰ ਵੀ ਵਿਚਾਰੀਆਂ ਨੂੰ 4-4 ਮਹੀਨੇ ਹੋ ਜਾਂਦੇ ਨੇ ਨਾ। ਵੀ ਸਹੀ ਸਾਲ ਵੀ ਲੰਘ ਜਾਂਦੇ ਵੀ ਕਿੰਨਾ ਕੁਛ ਆਪਾਂ ਇਗਨੋਰ ਕਰਕੇ ਆਪਣੇ ਆਪ ਨੂੰ ਸੈਕਰੀਫਾਈਸ ਕਰਕੇ ਇੱਕ ਪਰਿਵਾਰ ਨੂੰ ਇੱਕ ਬੱਚਾ ਦਿੰਦੇ ਆ ਹਨਾ। ਤੇ ਉਸ ਬੱਚੇ ਲਈ ਵੀ ਸਾਰੇ ਪਰਿਵਾਰ ਦੀਆਂ ਉਮੀਦਾਂ ਹੁੰਦੀਆਂ ਨੇ ਸਿਵਾਏ ਇੱਕ ਮਾਂ ਤੋਂ ਹਨਾ। ਇੱਕ ਮਾਂ ਨਹੀਂ ਤੈਅ ਕਰ ਸਕਦੀ ਕਿ ਉਹਨੂੰ ਉਹਦਾ ਟਾਈਮ ਕਿਵੇਂ ਦਾ ਚਾਹੀਦਾ, ਉਹਨੂੰ ਨਿਆਣਾ ਹੋਣ ਤੋਂ ਬਾਅਦ ਕਿੰਨੀ ਕੁ ਦੇਖਭਾਲ ਚਾਹੀਦੀ ਆ, ਕਿੰਨਾ ਕੁ ਕੰਮ ਆ ਜਿਹੜਾ ਸਾਰਾ ਪਰਿਵਾਰ ਉਹਦੇ ਨਾਲ ਵੰਡ ਲਵੇ, ਜਾਂ ਕਿੰਨਾ ਕੁ ਦੁੱਖ ਸੁੱਖ ਆ ਜਿਹੜਾ ਉਹ ਖੁੱਲ੍ਹ ਕੇ ਕਹਿ ਸਕੇ ਵੀ ਨਿਆਣਾ ਹੋਣ ਤੋਂ ਬਾਅਦ ਮੈਨੂੰ ਆਹ ਮਹਿਸੂਸ ਹੁੰਦਾ। ਮੈਨੂੰ ਖੁਦ ਡਿਪਰੈਸ਼ਨ ਹੋਇਆ ਸੀਗਾ ਜਦੋਂ ਮੈਂ ਤੁਹਾਨੂੰ ਦੱਸਦੀ ਪਹਿਲੇ ਨਿਆਣੇ ਵੇਲੇ ਨਾ, ਮੈਨੂੰ ਸੱਚੀ ਨਹੀਂ ਐਵੇਂ ਫੀਲ ਹੋਇਆ ਕਿਉਂਕਿ ਇੱਕ ਨਿਆਣਾ ਹੁੰਦਾ ਚਾਅ ਬੜਾ ਹੁੰਦਾ, ਕਦੀ ਉਹਨੇ ਚੁੱਕ ਲਿਆ ਕਦੀ ਉਹਨੇ।
ਜਦੋਂ ਮਹਿਤਾਬ ਹੋਇਆ ਗਨੂਰ ਸਕੂਲ ਜਾਂਦੀ ਸੀਗੀ, ਸੰਤ ਸਾਹਿਬ ਸਵੇਰੇ ਡਿਊਟੀ ਚਲੇ ਜਾਂਦੇ ਸੀ। ਮੈਂ ਖੁਦ ਇਸ ਚੀਜ਼ ਬਾਰੇ ਲਿਖਿਆ ਸੀਗਾ ਇੱਕ ਵਾਰੀ ਕਿ ਮੈਂ 2-2 ਵਜੇ ਆਪਦਾ ਸਵੇਰ ਦਾ ਰੋਟੀ ਪਾਣੀ ਖਾਂਦੀ ਹੁੰਦੀ ਸੀ ਦੁਪਹਿਰੇ, ਹਨਾ, ਕਿਉਂਕਿ ਐ ਹੋ ਜਾਂਦਾ ਸੀ ਕਿ ਰਾਤ ਨੂੰ ਸੌਣਾ ਨਾ, ਬੱਚੇ ਨੇ ਸਵੇਰੇ ਉੱਠਣਾ ਤੇ ਫਿਰ ਐ ਲੱਗਣਾ ਕਿ ਸਾਰਾ ਕੁਝ ਨਾ ਕਰ ਲਵਾਂ ਮੈਂ ਇਹਨਾਂ ਦੇ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ, ਵੀ ਜਿੰਨਾ ਚਿਰ ਇਹਨਾਂ ਨੇ ਬੱਚੇ ਨੂੰ ਫੜਿਆ ਹੋਇਆ, ਹਨਾ, ਤੇ ਫਿਰ ਉਹਨੇ ਸੌਣਾ, ਫਿਰ ਲੱਗਣਾ ਕਿ ਸਾਰਾ ਦੁਪਹਿਰ ਦੀ ਤਿਆਰੀ ਕਰਕੇ ਰੱਖ ਲਓ। ਮਤਲਬ ਕਿਵੇਂ ਉਹ ਟਾਈਮ ਕੱਢਿਆ, ਕੰਘੀ ਕਰੀ ਨੂੰ ਸ਼ਾਮ ਪੈ ਜਾਣੀ, ਵੀ ਸ਼ਾਮ ਨੂੰ ਜਾ ਕੇ ਕੰਘੀ ਕਰਾਂਗੇ ਜਦੋਂ ਬੱਚਾ ਸੌਂ ਜਾਊਗਾ, ਹਨਾ, ਇਕੱਲੇ ਹੋਣਾ, ਕਈ ਵਾਰੀ ਇਕੱਲੇ ਬਹਿ ਕੇ ਰੋ ਲੈਣਾ, ਫਿਰ ਠੀਕ ਹੋ ਜਾਣਾ ਵੀ ਸਾਰਿਆਂ ਦੇ ਆਉਣ ਦਾ ਟਾਈਮ ਹੋ ਗਿਆ, ਹਨਾ। ਤੇ ਸੱਚੀ ਮਤਲਬ ਤੁਹਾਡਾ ਐਵੇਂ ਹੋਇਆ ਪਿਆ ਹੁੰਦਾ ਵੀ ਤੁਹਾਨੂੰ ਆਪਦੇ ਆਪ ਦੀ ਸਮਝ ਆਉਣੋਂ ਹਟ ਜਾਂਦੀ ਆ। ਤੇ ਮਮਤਾ ਮੈਮ ਕਹਿੰਦੇ ਵੀ ਮੈਨੂੰ ਇੱਕ ਕੁੜੀ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਮੇਰੇ ਨਾਲ, ਉਹ ਕਹਿੰਦੀ ਵੀ ਮੈਂ ਇਦਾਂ ਹੀ ਮਹਿਸੂਸ ਕੀਤਾ ਵੀ ਜਦੋਂ ਮੇਰਾ ਪਹਿਲਾ ਬੱਚਾ ਸੀ ਤਾਂ 5-6 ਸਾਲ ਦਾ ਸੀ ਜਦੋਂ ਮੇਰੇ ਦੂਸਰਾ ਬੱਚਾ ਹੋਇਆ, ਹਨਾ। ਕਹਿੰਦੇ ਵੀ ਮੈਂ ਹੁਣ ਸਾਰਿਆਂ ਨੂੰ ਦੱਸਦੀ ਹਾਂ ਵੀ ਮੈਂ ਆਪਣੇ ਦੂਜੇ ਬੱਚੇ ਤੇ ਕਿੰਨਾ ਟੌਰਚਰ ਕੀਤਾ। ਕਹਿੰਦੇ ਮੈਨੂੰ ਐਂ ਲੱਗਦਾ ਸੀ ਵੀ ਮੇਰੀ ਸਾਰੀ ਤਕਲੀਫ ਦੀ ਵਜ੍ਹਾ ਹੀ ਇਹ ਆ ਵੀ ਮੈਂ ਪਹਿਲੇ ਬੱਚੇ ਨਾਲ ਮੈਨੇਜ ਕਰ ਰਹੀ ਸੀ, ਪਰ ਮੈਨੂੰ 2 ਬੱਚੇ ਸੰਭਾਲਣੇ ਨਹੀਂ ਸੀ ਆ ਰਹੇ, ਮੇਰੇ ਤੋਂ ਉਨਾ ਕੰਮ ਹੀ ਨਹੀਂ ਸੀ ਹੁੰਦਾ, ਤੇ ਮੈਂ ਘਰ 'ਚ ਕਿਸੇ ਨੂੰ ਕਹਿ ਵੀ ਨਹੀਂ ਸੀ ਸਕਦੀ ਵੀ ਮੈਂ 2 ਦੀ ਜ਼ਿੰਮੇਵਾਰੀ ਨਹੀਂ ਲੈ ਸਕਦੀ, ਮੇਰੇ ਤੋਂ ਕੰਮ ਨਹੀਂ ਹੋ ਰਿਹਾ, ਮੇਰੀ ਬੋਡੀ ਦੀ ਕਪੈਸਿਟੀ ਨਹੀਂ ਉਨੀ ਰਹੀ, ਹੈ ਨਾ। ਤੇ ਕਹਿੰਦੇ ਉਹ ਕਹਿੰਦੇ ਹੁੰਦੇ ਸੀ ਕਦੇ ਕਦੇ ਮੇਰਾ ਇੰਝ ਹੀ ਕਰਦਾ ਸੀ ਮੈਂ ਇਹਨੂੰ ਵੀ ਖਤਮ ਕਰਦਾ ਤਾਂ ਮੈਂ ਆਪਣੇ ਆਪ ਨੂੰ ਵੀ ਕਰ ਲਾਂ। ਤੇ ਇਹ ਕਿੰਨੀਆਂ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਕਿ ਉਹਨੇ 10-12 ਸਾਲ ਬਾਅਦ ਇੱਕ ਡਾਕਟਰ ਨਾਲ ਸਾਂਝੀਆਂ ਕੀਤੀਆਂ। ਜੇ ਕੋਈ ਕਵੇ ਨਾ ਲੈ ਆਏ ਕੋਈ ਕਿਵੇਂ ਸੋਚ ਸਕਦਾ, ਮੈਂ ਕਹਿੰਦੀ ਹਾਂ ਵੀ ਸੋਚ ਸਕਦਾ। ਇਹ ਜਦੋਂ ਤੁਹਾਡੇ ਤੇ ਟਾਈਮ ਹੁੰਦਾ ਨਾ ਤੁਸੀਂ ਉਦੋਂ ਬਿਲਕੁਲ ਸੋਚ ਲੈਂਦੇ ਹੋ, ਪਰ ਹਾਂ ਉਹ ਬੰਦਾ ਲੱਕੀ ਹੈ ਜਿਹਦੇ ਆਲੇ ਦੁਆਲੇ ਮਾਹੌਲ ਉਵੇਂ ਦਾ ਹੁੰਦਾ ਹੈ ਜਿਹੜਾ ਉਹਨੂੰ ਛੇਤੀ ਸਾਂਭ ਲੈਂਦਾ ਆ। ਪਰ ਜਿੱਥੇ ਤੁਹਾਡੀ ਗੱਲ ਸੁਣਨ ਤੇ ਸਮਝਣ ਵਾਲਾ ਕੋਈ ਨਹੀਂ ਹੈਗਾ, ਉੱਥੇ ਵਾਕਈ ਇੱਕ ਮਦਰ ਦੇ ਦਿਮਾਗ 'ਚ ਉਸ ਵੇਲੇ ਇਹ ਖਿਆਲ ਆਉਂਦੇ ਨੇ ਕਿ ਮੇਰੀ ਜਿੰਨੀ ਵੀ ਤਕਲੀਫ ਆ ਉਹਦੀ ਵਜ੍ਹਾ ਮੇਰਾ ਬੱਚਾ ਹੈ, ਤਾਂ ਮੈਂ ਕਿਉਂ ਨਾ ਇਹਨੂੰ ਕੁਛ ਨਾ ਕੁਛ ਕਰ ਦੇਵਾਂ। ਜਾਂ ਤੁਸੀਂ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਹੋ, ਜਾਂ ਮਤਲਬ ਫਜ਼ੂਲ ਮਤਲਬ ਬਿਨਾਂ ਗੱਲ ਤੋਂ ਕਈ ਵਾਰੀ ਤੁਸੀਂ ਘਰਦਿਆਂ ਦਾ ਗੁੱਸਾ ਵੀ ਤੁਸੀਂ ਬੱਚੇ ਤੇ ਉੱਚੀ ਬੋਲ ਕੇ ਕੱਢਣਾ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਤੁਸੀਂ ਕਿਸੇ ਹੋਰ ਨੂੰ ਕੁਝ ਕਹਿ ਨਹੀਂ ਸਕਦੇ, ਤਾਂ ਤੁਹਾਡਾ ਸਾਰਾ ਗੁੱਸਾ ਜਾਂ ਸਾਰੀ ਭੜਾਸ ਆ ਜਿਹੜੀ ਤੁਸੀਂ ਉਹ ਆਪਣੀ ਨਿਆਣੇ ਤੇ ਕੱਢਣੀ ਸ਼ੁਰੂ ਕਰ ਦਿੰਦੇ ਹੋ। ਆਪਾਂ ਇਹ ਸਿੰਪਟਮਸ ਕਦੇ ਨਹੀਂ ਨੋਟ ਕਰਦੇ ਹੈਗੇ ਕਿ ਬਿਨਾਂ ਗੱਲ ਤੋਂ ਇਹਨੇ ਨਿਆਣੇ ਨੂੰ ਕਾਹਤੇ ਘੂਰਿਆ, ਜਾਂ ਬਿਨਾਂ ਗੱਲ ਤੋਂ ਇਹਨੇ ਨਿਆਣੇ ਨੂੰ ਉੱਚੀ ਬੋਲਣਾ ਕਾਹਤੇ ਸ਼ੁਰੂ ਕਰਤਾ, ਹੈ ਨਾ। ਆਪਾਂ ਸਿੰਪਟਮਸ ਹੀ ਨਹੀਂ ਨੋਟ ਕਰਦੇ, ਆਪਾਂ ਨੂੰ ਉਦੋਂ ਖਿਜੀ ਹੋਣੀ ਆ, ਕਿਸੇ ਗੱਲ ਦਾ ਗੁੱਸਾ ਹੋਣਾ ਹੈ, ਹੈ ਨਾ। ਆਪਾਂ ਉਹਨਾਂ ਚੀਜ਼ਾਂ ਨੂੰ ਸੀਰੀਅਸ ਹੀ ਨਹੀਂ ਲੈਂਦੇ ਹੈਗੇ। ਸਹੀ ਗੱਲ ਵੀ ਇਹਦੇ ਸੁਭਾਅ 'ਚ ਬਦਲਾਅ ਕਿਉਂ ਆ ਰਿਹਾ ਵਾ, ਪਹਿਲਾਂ ਇਦਾਂ ਨਹੀਂ ਕਰਦੀ ਸੀ, ਜੇ ਹੁਣੇ ਇਦਾਂ ਕਰਦੀ ਹੈ ਤੇ ਇਹਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਊਗਾ, ਹੈ ਨਾ। ਆਪਾਂ ਇਹੀ ਮੰਨੀ ਜਾਂਦੇ ਆ ਵੀ ਇਹਨੂੰ ਨਿਆਣਾ ਸਾਂਭਣਾ ਔਖਾ ਲੱਗਦਾ ਆ, ਹੈ ਨਾ। ਤੇ ਬਹੁਤੇ ਲੋਕ ਇਹ ਹੁੰਦੇ ਨੇ ਕਿ ਤੁਹਾਨੂੰ ਜੇ ਤੁਸੀਂ ਕਿਸੇ ਨੂੰ ਕਹਿ ਵੀ ਦੋਗੇ ਯਾਰ ਮੈਨੂੰ ਇਸ ਟਾਈਮ ਔਖਾ ਲੱਗ ਰਿਹਾ, ਹੈ ਨਾ, ਤੇ ਕੋਈ ਤੁਹਾਨੂੰ ਇਹ ਨਹੀਂ ਕਹੂਗਾ ਵੀ ਹਾਂ ਔਖਾ ਹੁੰਦਾ ਯਾਰ, 2 ਨਿਆਣਿਆਂ ਨਾਲ ਔਖਾ ਹੋ ਜਾਂਦਾ, ਜਾਂ ਜਿਹਦਾ ਪਹਿਲਾਂ ਵੀ ਨਿਆਣਾ ਕਈ ਵਾਰ ਬਹੁਤ ਛੋਟੀ ਉਮਰ 'ਚ ਕਿਸੇ ਦੇ ਬੱਚਾ ਹੋ ਗਿਆ ਤਾਂ ਉਹਨੂੰ ਵੀ ਨਹੀਂ ਸੰਭਾਲਣਾ ਆਉਂਦਾ ਹੈਗਾ ਬੱਚਾ, ਹੈ ਨਾ, ਤਾਂ ਉਹ ਵੀ ਇਹ ਚੀਜ਼ਾਂ ਮਹਿਸੂਸ ਕਰਦਾ ਹੈ। ਤਾਂ ਕੋਈ ਉਹਨੂੰ ਇਹ ਨਹੀਂ ਕਹਿੰਦਾ ਹੈਗਾ ਕਿ ਹਾਂ ਯਾਰ ਹੋ ਜਾਂਦਾ ਔਖਾ, ਦੇਖ ਤੇਰੀ ਪੂਰੀ ਜ਼ਿੰਦਗੀ ਬਦਲ ਗਈ, ਤੇਰੀ ਰੂਟੀਨ ਬਦਲ ਗਈ। ਆਪ ਮੂਹਰੋਂ ਪਤਾ ਆਪਾਂ ਨੂੰ ਕਿਹੋ ਜਿਹੇ ਰਿਸਪੌਂਸ ਮਿਲਦੇ ਨੇ ਕਿ ਇੱਕ ਦਿਨ ਮੈਂ ਸੱਚੀ ਸੋਸ਼ਲ ਮੀਡੀਆ ਤੇ ਵੀ ਪੜ੍ਹਿਆ ਸੀ ਵੀ ਜੇ ਕੋਈ ਲੇਡੀ ਤੁਹਾਨੂੰ ਇਹ ਕਹਿੰਦੀ ਹੈ ਕਿ ਮੈਂ ਥੱਕੀ ਹੋਈ ਹਾਂ, ਮੇਰੇ ਤੋਂ ਹੁਣ ਹੋਰ ਹੋ ਨਹੀਂ ਰਿਹਾ, ਜਾਂ ਮੈਨੂੰ ਰੈਸਟ ਦੀ ਜ਼ਰੂਰਤ ਹੈ, ਕਦੇ ਉਹਨੂੰ ਤੁਸੀਂ ਇਹ ਨਾ ਕਹੋ ਕਿਹਨੇ ਕਿਹਾ ਸੀ ਨਿਆਣੇ ਕਰਨ ਨੂੰ, ਹੈ ਨਾ। ਉਸ ਟਾਈਮ ਤੁਸੀਂ ਉਹਨੂੰ ਸਿਰਫ ਹੈਲਪ ਦੇ ਸਕਦੇ ਹੋ, ਤੁਸੀਂ ਉਹਨਾਂ ਨੂੰ ਕਹੋ ਕਿ ਮੈਂ ਤੇਰੀ ਕੀ ਮਦਦ ਕਰਾਂ, ਹੈ ਨਾ, ਜਾਂ ਮੈਂ ਤੇਰੇ ਕੀ ਕੰਮ ਆ ਸਕਦੀ ਹਾਂ, ਹੈ ਨਾ, ਵੀ ਹਾਂ ਤੈਨੂੰ ਵਾਕਈ ਤੇਰੇ ਲਈ ਬਹੁਤ ਔਖਾ ਆ, ਤੈਨੂੰ ਇਸ ਟਾਈਮ ਰੈਸਟ ਦੀ ਵੀ ਜ਼ਰੂਰਤ ਆ, ਤੈਨੂੰ ਇਸ ਟਾਈਮ ਆਪਣੇ ਆਪ ਲਈ ਸਮਾਂ ਕੱਢਣ ਦੀ ਵੀ ਜ਼ਰੂਰਤ ਆ, ਵੀ ਕੋਈ ਗੱਲ ਨਹੀਂ ਮੈਨੂੰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ। ਬਜਾਏ ਇਸ ਦੇ ਤੁਸੀਂ ਉਹਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਹੋ ਕਿਹਨੇ ਕਿਹਾ ਸੀਗਾ ਪੰਗਾ ਲੈਣ। ਹਾਂ, ਜਾਂ ਗੁਰਦੀਪ ਜਦੋਂ ਮੰਨ ਲਓ ਤੁਸੀਂ ਮੈਨੂੰ ਆ ਕੇ ਕਹੋ ਵੀ ਭੈਣੇ ਮੈਨੂੰ ਆਹ ਦਿਨਾਂ 'ਚ ਐਵੇਂ ਮਹਿਸੂਸ ਹੋਇਆ ਨਾ, ਮੈਂ ਤੁਹਾਨੂੰ ਇਹ ਕਹਿ ਸਕਦੀ ਹਾਂ ਵੀ ਗੁਰਦੀਪ ਮੈਨੂੰ ਵੀ ਹੋਇਆ ਸੀ, ਪਰ ਸਭ ਕੁਝ ਠੀਕ ਹੋਊਗਾ, ਥੋੜੇ ਜਿਹੇ ਦਿਨਾਂ ਦੀ ਗੱਲ ਆ, ਹੈ ਨਾ। ਜੇ ਉੱਥੇ ਜਾ ਕੇ ਮੈਂ ਕਹਿੰਦਾ ਵੀ ਤੈਨੂੰ ਜ਼ਿਆਦਾ ਮਹਿਸੂਸ ਹੁੰਦਾ, ਮੈਂ ਵੀ ਤਾਂ ਇਸੇ ਚੀਜ਼ 'ਚੋਂ ਲੰਘ ਕੇ ਆਈ ਹਾਂ ਨਾ, ਵੀ ਉਹ ਚੀਜ਼ ਬੰਦੇ ਦੇ ਦਿਮਾਗ 'ਚ ਠਾਹ ਵੱਜਦੀ ਹੈ ਵੀ ਯਾਰ ਤੂੰ ਲੰਘ ਕੇ ਆ ਗਿਆ, ਤੈਨੂੰ ਮਹਿਸੂਸ ਤਾਂ ਫਿਰ ਵੀ ਨਹੀਂ ਹੋ ਰਿਹਾ ਵੀ ਮੈਂ ਕੀ ਤਕਲੀਫ 'ਚ ਹਾਂ। ਰਿਐਕਸ਼ਨ ਬਹੁਤ ਮੈਟਰ ਕਰਦਾ ਵੀ ਸਾਹਮਣੇ ਤੁਹਾਨੂੰ ਰਿਐਕਸ਼ਨ ਕਿੱਦਾਂ ਦਾ ਮਿਲੂਗਾ। ਤਾਂ ਉਹਨਾਂ ਨੇ ਸੱਚੀ ਬੜੀ ਮਤਲਬ ਛੋਟੀ ਜਿਹੀ ਗੱਲ 'ਚ ਉਹਨਾਂ ਨੇ ਬੜੀ ਵੱਡੀ ਗੱਲ ਸਮਝਾਈ। ਉਹ ਕਹਿੰਦੇ ਵੀ ਅਗਰ ਕੋਈ ਤੁਹਾਨੂੰ ਨਿਊ ਮੌਮ ਆ ਕੇ ਇਹ ਕਹਿੰਦੀ ਹੈ ਕਿ ਵੀ ਮੈਂ ਠੀਕ ਨਹੀਂ ਮਹਿਸੂਸ ਕਰ ਰਹੀ, ਜਾਂ ਮੈਨੂੰ ਐਗਜ਼ਰਸ਼ਨ ਹੋ ਰਿਹਾ, ਮੈਂ ਐਗਜ਼ੌਸਟ ਹੋ ਗਈ ਹਾਂ, ਮੈਨੂੰ ਨੀਂਦ ਚਾਹੀਦੀ ਹੈ, ਮੈਨੂੰ ਆਪਦੇ ਲਈ ਸਮਾਂ ਚਾਹੀਦਾ, ਵੀ ਕਦੇ ਉਹਨੂੰ ਇਹ ਨਾ ਕਹੋ ਵੀ ਤੈਨੂੰ ਕਿਹਨੇ ਕਿਹਾ ਸੀ ਬੱਚੇ ਕਰਨ ਨੂੰ। ਸਗੋਂ ਤੇ ਉਹਨੂੰ ਇਹ ਕਹੋ ਵੀ ਸਮਝ ਸਕਦੇ ਹਾਂ ਇਸ ਟਾਈਮ ਤੂੰ ਬਹੁਤ ਮਤਲਬ ਡਿਫਿਕਲਟ ਸਿਚੁਏਸ਼ਨ 'ਚ ਆ, ਬਹੁਤ ਔਖਾ ਹੋ ਜਾਂਦਾ ਬੱਚਿਆਂ ਦੇ ਨਾਲ, ਸਾਨੂੰ ਦੱਸ ਅਸੀਂ ਤੇਰੀ ਹੈਲਪ ਕੀ ਕਰੀਏ,
ਹਨਾ, ਉਹਨੇ ਕੁ ਨਾਲ ਹੀ ਬੰਦਾ ਠੀਕ ਹੋ ਜਾਂਦਾ। ਕਈ ਵਾਰ ਜਿਹੜਾ ਮੂਹਰੋਂ ਰਿਐਕਸ਼ਨ ਵੀ ਤੁਹਾਨੂੰ ਆਪੋਜ਼ਿਟ ਮਿਲਦਾ ਹੈ ਨਾ, ਉਹ ਬੰਦੇ ਦੀ ਮੈਂਟਲ ਸਿਚੁਏਸ਼ਨ ਨੂੰ ਹੋਰ ਵੀ ਖਰਾਬ ਕਰ ਦਿੰਦਾ ਬਜਾਏ ਠੀਕ ਕਰਨ ਦੇ। ਇੱਕ ਚੀਜ਼ ਆਪਾਂ ਗੁਰਦੀਪ ਅਖੀਰ ਤੇ ਮੈਨੂੰ ਇਹ ਜ਼ਰੂਰ ਲੱਗਦੀ ਹੈ ਵੀ ਆਪਾਂ ਨਾ ਬਹੁਤ ਰੀਤੀ ਰਿਵਾਜ ਆਪਣੇ ਬਦਲ ਲਏ ਹਨਾ, ਪਰ ਇਹ ਦੁਨੀਆ ਦਾ ਸਭ ਤੋਂ ਵੱਡੀ ਸੱਚ ਵਾਲੀ ਚੀਜ਼ ਹੈ ਕਿ ਹਰ ਕੁੜੀ ਨੂੰ ਆਪਣੇ ਬੱਚੇ ਪੇਕੇ ਜਾ ਕੇ ਪੈਦਾ ਕਰਨੇ ਚਾਹੀਦੇ ਆ। ਇਹ ਮੈਨੂੰ ਲੱਗਦਾ ਮਤਲਬ ਬਹੁਤ ਇਹ ਚੀਜ਼ਾਂ ਅਸੀਂ ਮੰਨਣੋਂ ਹੀ ਹਟ ਗਏ ਹਨਾ। ਅਸਲ ਦੇ ਵਿੱਚ ਉਦੋਂ ਲੌਜਿਕ ਸੀਗਾ ਹਰ ਗੱਲ ਦੇ ਪਿੱਛੇ ਹਨਾ। ਪੇਕੇ ਘਰ ਤੁਹਾਨੂੰ ਇਹ ਕਾਹਲ ਨਹੀਂ ਹੁੰਦੀ ਵੀ ਕਿਸੇ ਨੂੰ ਕੰਮ ਕਰਦਾ ਦੇਖ ਕੇ ਯਾਰ ਕੋਈ ਮੈਨੂੰ ਜੱਜ ਕਰੂਗਾ ਜਾਂ ਮੈਂ ਇੰਨੇ ਟਾਈਮ ਤੋਂ ਪਈ ਆ ਜਾਂ ਮੈਂ ਕੋਈ ਕੰਮ ਨਹੀਂ ਕੀਤਾ। ਉੱਥੇ ਅੱਛਾ ਤੁਹਾਡੇ ਮਤਲਬ ਪਰਿਵਾਰ 'ਚ ਇਹ ਵੀ ਤੁਹਾਨੂੰ ਕੋਈ ਨਾ ਕੋਈ ਕਹਿ ਦਿੰਦਾ ਜੇ ਤੁਸੀਂ ਉੱਠ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਕੋਈ ਨਾ ਆਰਾਮ ਕਰ ਲਾ, ਕੋਈ ਨਾ ਅਸੀਂ ਹੈਗੇ ਆ ਹਨਾ। ਪਰ ਸਹੁਰੇ ਘਰ ਸਿਚੁਏਸ਼ਨ ਹੋਰ ਹੁੰਦੀ ਹੈ, ਚਾਹੇ ਆਪਣੀਆਂ ਭਰਜਾਈਆਂ ਚਾਹੇ ਆਪਾਂ ਨੂੰ ਕੋਈ ਕਵੇ ਵੀ ਨਾ, ਬਿਲਕੁਲ ਚਾਹੇ ਕੋਈ ਵੀ ਨਾ ਕਵੇ, ਪਰ ਤੁਸੀਂ ਮੱਲੋ ਮੱਲੀ ਤੁਹਾਡੇ ਦਿਮਾਗ 'ਚ ਇਹ ਚੀਜ਼ ਆਉਂਦੀ ਹੈ ਯਾਰ ਉਹ ਕਰਦੇ ਨੇਗੇ ਉੱਠ ਕੇ ਮੈਂ ਹੀ ਕਰਦਾ ਹੈ ਨਾ। ਆਪਾਂ ਉਦੋਂ ਆਰਾਮ ਨਹੀਂ ਕਰਦੇ ਹੈਗੇ। ਤਾਂ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪੇਕੇ ਹੋਣੇ ਚਾਹੀਦੇ ਆ। ਸਹੀ ਗੱਲ ਹੈ। ਆਪਾਂ ਕਿੰਨੀਆਂ ਚੀਜ਼ਾਂ ਨੇ ਕਰਦੀ ਬਿਨਾ ਮਤਲਬ ਕਿਸੇ ਦੇ ਕਈ ਕਰੀ ਜਾਂਦੇ ਹੁੰਦੇ ਆ। ਜਿਵੇਂ ਆਪਾਂ ਨੂੰ ਹੀ ਲੱਗਦਾ ਹੁੰਦਾ ਵੀ ਸੁਣਿਆ ਹੋਇਆ ਵੀ ਨਾਰਮਲ ਡਿਲੀਵਰੀ 'ਚ ਤਾਂ ਜੀ 15 ਦਿਨ ਬਾਅਦ ਉੱਠ ਕੇ ਤੁਹਾਨੂੰ ਕੰਮ ਲੱਗ ਜਾਣਾ ਚਾਹੀਦਾ ਹੈ ਨਾ। ਸਰੀਰ ਚਾਹੇ ਮਹੀਨਾ ਵੀ ਨਾ ਦਮ ਚਾਵੇ, ਪਰ ਸਾਨੂੰ ਲੱਗਦਾ ਵੀ ਨਹੀਂ ਹੁਣ ਤਾਂ 15 ਦਿਨ ਹੋ ਗਏ ਮੈਂ ਉੱਠ ਜਾ ਨਾ। ਤੇ ਐਵੇਂ ਹੀ ਆਪਾਂ ਨੂੰ ਸਜੇਰੀਅਨ 'ਚ ਲੱਗਦਾ। ਮੇਰੇ ਵੱਡੇ ਸਿਸਟਰ ਨੇ, ਉਹਨਾਂ ਦੇ ਦੋਨੋਂ ਵਾਰੀ ਸਜੇਰੀਅਨ ਹੋਇਆ ਹੈ ਨਾ, ਤੇ ਉਹ ਪਹਿਲੀ ਵਾਰ ਸਾਡੇ ਕੋਲੇ ਸੀਗੇ, ਦੂਜੀ ਵਾਰ ਵੀ ਸਾਡੇ ਕੋਲ ਸੀ। ਉਹਨਾਂ ਨੂੰ ਇੰਨੀ ਜ਼ਿਆਦਾ ਕੇਅਰ ਮਿਲੀ, ਮੈਨੂੰ ਲੱਗਦਾ ਮੈਂ ਉਹਨਾਂ ਨੂੰ ਅਜੇ ਤੱਕ ਇੰਨਾ ਕਹਿੰਦੇ ਨਹੀਂ ਦੇਖਿਆ ਵੀ ਮੈਂ ਥੱਕ ਗਈ। ਮੈਂ ਉਹਨਾਂ ਸਾਹਮਣੇ 10 ਵਾਰ ਕਹਿ ਦਿੰਦੀ ਹਾਂ ਵੀ ਭੈਣੇ ਮੈਂ ਬਹੁਤ ਥੱਕ ਜਾਂਦੀ ਹਾਂ ਹੈ ਨਾ। ਤੇ ਇਹਦਾ ਮਤਲਬ ਬੰਦੇ ਨੂੰ ਸੰਭਾਲ ਮਿਲੀ ਆ। ਹਾਂ ਸਹੁਰੇ ਵੀ ਕਈ ਬਹੁਤ ਜ਼ਿਆਦਾ ਕੇਅਰ ਕਰਦੇ ਆ, ਪਰ ਉੱਥੇ ਅਸੀਂ ਆਪਣੇ ਆਪ ਨੂੰ ਪੁਸ਼ ਕਰੀ ਜਾਂਦੇ ਵੀ ਨਹੀਂ ਇਹਨਾਂ ਨੂੰ ਬੁਰਾ ਨਾ ਲੱਗੇ ਕਿਤੇ ਹੈ ਨਾ। ਇਹ ਮੈਨੂੰ ਕਹਿਣ ਉਸ ਤੋਂ ਪਹਿਲਾਂ ਮੈਂ ਹੀ ਉੱਠ ਕੇ ਲੱਗ ਜਾਵਾਂ। ਉਨੀ ਦਿਨ ਤੁਹਾਡੇ ਪੇਕੇ ਪਰਿਵਾਰ 'ਚ ਨਾ ਕੋਈ ਰਿਸ਼ਤੇਦਾਰ ਆ ਜਾਵੇ, ਤੁਹਾਨੂੰ ਨਹੀਂ ਹੈਡੇਕ ਹੁੰਦੀ ਕਿ ਮੈਂ ਕਿ ਇਹਨਾਂ ਨੂੰ ਚਾਹ ਪਾਣੀ ਦੇ ਦਾਂ ਜਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਸਾਫ਼ ਸਫਾਈ ਕਰਦਾ। ਪਰ ਜਦੋਂ ਸਹੁਰੇ ਘਰ ਤੁਸੀਂ ਸਾਰਾ ਕੰਮ ਕਰਨਾ ਹੁੰਦਾ ਆ, ਵੀ ਸਾਰਾ ਘਰ ਤੁਸੀਂ ਸੰਭਾਲ ਰਹੇ ਹੁੰਦੇ ਹੋ, ਤਾਂ ਸੱਚੀ ਕਿਸੇ ਨੇ ਇਹ ਵੀ ਨਹੀਂ ਦੇਖਣਾ ਹੁੰਦਾ ਵਾ ਵੀ ਹਾਂ ਉਹਦੇ ਬੱਚਾ ਹੋ ਕੇ ਹਟਿਆ ਜਾਂ ਅਸੀਂ ਕਿਹੜੇ ਮੌਕੇ ਜਾ ਰਹੇ ਆ। ਆਪਾਂ ਉਦੋਂ ਵੀ ਸਫਾਈਆਂ ਨੋਟਿਸ ਕਰੀ ਜਾਂਦੇ ਆ ਜਾ ਕੇ ਨਾ। ਜਦੋਂ ਵੀ ਆਪਾਂ ਇਹੀ ਨੋਟਿਸ ਕਰੀ ਜਾਂਦੇ ਸਾਨੂੰ ਚਾਹ ਪਾਣੀ ਖਵਾਇਆ ਪਿਆ ਕੀ ਹੈ, ਸਾਨੂੰ ਚਾਹ ਪਾਣੀ ਕਿਹਨੇ ਦਿੱਤਾ। ਤਾਂ ਸਹੁਰੇ ਘਰ ਤੁਹਾਨੂੰ ਕੁਦਰਤੀ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਇਹ ਕੰਮ ਤੁਹਾਨੂੰ ਉੱਠ ਕੇ ਕਰ ਲੈਣਾ ਚਾਹੀਦਾ ਸੀਗਾ। ਸਹੀ ਗੱਲ ਆ। ਤੇ ਖਾਸ ਕਰਕੇ ਨਾ ਘਰਾਂ 'ਚ ਜਿਹੜੀਆਂ ਮਤਲਬ ਲੇਡੀਜ਼ ਨੇ, ਉਹਨਾਂ ਨੂੰ ਸੱਚੀ ਇੱਕ ਪ੍ਰੈਗਨੈਂਟ ਲੇਡੀ ਨੂੰ ਚੰਗਾ ਮਾਹੌਲ ਦੇਣਾ ਚਾਹੀਦਾ ਤੇ ਚੰਗੀ ਕੇਅਰ ਵੀ ਦੇਣੀ ਚਾਹੀਦੀ ਆ। ਉਹਨੂੰ ਸਮਝਾਉਣਾ ਚਾਹੀਦਾ ਵੀ ਸ਼ਾਇਦ ਤੇਰਾ ਸਰੀਰ ਹਲੇ ਨਹੀਂ ਮਹਿਸੂਸ ਕਰ ਰਿਹਾ, ਪਰ ਬਾਅਦ 'ਚੋਂ ਇਹਦੇ ਕੀ ਇਫੈਕਟ ਹੋਣਗੇ ਉਹ ਚੀਜ਼ ਦਾ ਸਾਨੂੰ ਪਤਾ ਹੈ ਨਾ। ਵੀ ਸਗੋਂ ਤੁਸੀਂ ਬੰਦੇ ਨੂੰ ਧੱਕੇ ਨਾਲ ਕਹੋ ਵੀ ਯਾਰ ਤੂੰ ਰੈਸਟ ਕਰ, ਕੋਈ ਗੱਲ ਨਹੀਂ ਅਸੀਂ ਹੈਗੇ ਆ, ਪਰ ਅਸੀਂ ਹੋਰ ਹੀ ਚੱਕਰਾਂ 'ਚ ਪਏ ਹੁੰਦੇ ਆ। ਤੇ ਬਾਅਦ 'ਚੋਂ ਫਿਰ ਸਾਡੇ ਵਰਗੇ ਐ ਹੀ ਹੁੰਦੇ ਆ 2 ਘੰਟੇ ਕੰਮ ਕਰਕੇ ਹੁਣ 10 ਮਿੰਟ ਪੈ ਜਾ। ਸਹੀ ਗੱਲ ਹੈ ਨਾ। ਇਹੀ ਗੱਲਾਂ ਹੁੰਦੀਆਂ ਨੇ ਕਿ ਨਿਆਣਿਆਂ ਦਾ ਚਾਅ ਸਭ ਨੂੰ ਹੁੰਦਾ, ਪਰ ਜਿਸ ਔਰਤ ਨੇ ਤੁਹਾਡੇ ਪਰਿਵਾਰ ਨੂੰ ਨਿਆਣਾ ਦੇਣਾ ਹੁੰਦਾ ਵਾ, ਉਹਦੀ ਸਾਂਭ ਸੰਭਾਲ ਦਾ ਵੀ ਸਾਨੂੰ ਓਨਾ ਹੀ ਚਾਅ ਕਰਨਾ ਚਾਹੀਦਾ ਆ। ਤੇ ਬਾਕੀ ਕੁੜੀਆਂ ਨੇਗੀਆਂ, ਕਈ ਵਾਰੀ ਆਪਾਂ ਨਜਾਇਜ਼ ਹੀ ਇਸ ਚੀਜ਼ ਨੂੰ ਬਹਾਨਾ ਬਣਾ ਕੇ ਵੀ ਕਈ ਵਾਰੀ ਮੰਜਿਆਂ ਤੇ ਪਏ ਰਹਿੰਦੇ ਆ ਕਿ ਹਾਏ 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 ਮੈਂ ਤਾਂ ਪ੍ਰੈਗਨੈਂਟ ਆ, ਹਾਏ ਮੇਰੇ ਤਾਂ ਬੱਚਾ ਹੋਣ ਵਾਲਾ ਆ। ਤਾਂ ਉੱਥੇ ਤੁਸੀਂ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਤੁਹਾਨੂੰ ਇੱਕ ਬਲੈਸਿੰਗ ਮਿਲਣ ਜਾ ਰਹੀ ਆ, ਜਾਂ ਤੁਹਾਡੇ ਤੇ ਇੱਕ ਬਲੈਸਿੰਗ ਮਤਲਬ ਕਿ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੋਈ ਆ ਪਰਮਾਤਮਾ ਦੀ ਕਿ ਤੁਸੀਂ ਬੱਚੇ ਨੂੰ ਜਨਮ ਦੇਣ ਜਾ ਰਹੇ ਹੋ। ਤੁਸੀਂ ਮਰੀਜ਼ ਨਹੀਂ ਹੁੰਦੇ ਉਸ ਵੇਲੇ ਕਿ ਤੁਹਾਨੂੰ ਹਰ ਵੇਲੇ ਹੀ ਮੰਜਾ ਲਾਜ਼ਮੀ ਹੋਵੇ। ਤਾਂ ਜੇ ਤੁਹਾਡਾ ਸਰੀਰ ਤੁਹਾਨੂੰ ਇਜਾਜ਼ਤ ਦਿੰਦਾ ਹੈ ਤਾਂ ਮੈਨੂੰ ਲੱਗਦਾ ਕਿ ਉੱਠ ਕੇ ਤੁਹਾਨੂੰ ਆਪਣਾ ਕੰਮ ਜਾਂ ਆਪਣੀਆਂ ਕੁਝ ਜ਼ਰੂਰੀ ਦੀਆਂ ਚੀਜ਼ਾਂ ਤੁਹਾਨੂੰ ਖੁਦ ਕਰ ਲੈਣੀਆਂ ਚਾਹੀਦੀਆਂ ਨੇ। ਹਾਂ ਅਗਰ ਤੁਹਾਡਾ ਸਰੀਰ ਹੀ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਤਾਂ ਉਦੋਂ ਤੁਸੀਂ ਜ਼ਰੂਰ ਆਰਾਮ ਕਰੋ। ਪਰ ਮੈਨੂੰ ਲੱਗਦਾ ਹੁੰਦਾ ਕਿ ਇਸ ਟਾਈਮ ਨੂੰ ਉਦੋਂ ਹੀ ਸੋਹਣਾ ਬਣਾਇਆ ਜਾ ਸਕਦਾ ਜਦੋਂ ਤੁਸੀਂ ਖੁਦ ਆਪ ਤੇ ਤੁਹਾਡਾ ਪਰਿਵਾਰ ਦੋਵੇਂ ਇੱਕ ਦੂਜੇ ਦੇ ਨਾਲ ਰਲ ਕੇ ਚੱਲੋ। ਤਾਂ ਹੀ ਤੁਸੀਂ ਕਹਿ ਸਕਦੇ ਹੋ ਕਿ ਮੇਰੀ ਪ੍ਰੈਗਨੈਂਸੀ ਬਹੁਤ ਚੰਗੀ ਸੀਗੀ ਤੇ ਮੈਂ ਦੁਬਾਰਾ ਵੀ ਮਾਂ ਬਣਨਾ ਚਾਹੁੰਦੀ ਹਾਂ, ਹੈ ਨਾ। ਸੋ ਕਈ ਵਾਰੀ ਪਹਿਲੀ ਪ੍ਰੈਗਨੈਂਸੀ ਦੇ ਵਿੱਚ ਹੀ ਆਪਾਂ ਮਾਹੌਲ ਬੰਦੇ ਨੂੰ ਇਦਾਂ ਦਾ ਦੇ ਦਿੰਦੇ ਆ, ਜਾਂ ਫਿਰ ਤੁਸੀਂ ਖੁਦ ਬਣਾ ਲੈਂਦੇ ਹੋ ਕਿ ਦੂਜੀ ਵਾਰ ਬੱਚਾ ਕਰਨ ਤੋਂ ਪਹਿਲਾਂ ਤੁਸੀਂ ਹਜ਼ਾਰਾਂ ਵਾਰ ਸੋਚਦੇ ਹੋ ਕਿ ਕਰਾਂ ਜਾਂ ਨਾ ਕਰਾਂ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।